पंकज बंदन पाद पंकज बंदन सिमरो अंगद दोख निकंदन अमरदास गुर हृदय ध्यावों गुर हृदय ध्यावों श्री गुरु रामदास गुण गावों श्री अर्जन बेघनान के नाशक बेघनान के नाशक हर गोबिंद शुभ सुमत प्रकाशक श्री हर राय नमो कार जोरी नमो कार जोरी गुर हर कृष्ण मनाऊं बहोरी तेग बहादुर परम कृपाला परम कृपाला श्री गुरु गोबिंद सिंह बिसाला तरुं तरा पार पुन पुन सीसा जी पुन पुन सीसा बंदों बार बार जगदीशा जिसमें अमृत ज्ञान है माणिक भगत वैराग गुरु ग्रंथ साहिब उदद बंदों कार अनुराग श्री गुर शब्द कमाए जिना जीते पंच विकार तिन संतन कौ बंदना सिर चरणन पर तार एकंकारा सतगुरु तेह प्रसाद सच होए वाहिगुरु जी की फतह है बिघन विनाशन सोए वाहिगुरु जी की फतह है बिघन विनाशन सोए सतनाम श्री वाहिगुरु साहिब जी दोहरा जैतानंदा सिख द्वै संग पिरागा होए श्री अर्जन के चरण टिग आए निवेत्र सोए वाहिगुरु जी का खालसा वाहिगुरु जी की फतेह। गरीब नवाज शहनशाह दातार पातशाह खंडां ब्रह्मंडां दे मालक निमाणियां दे मान निताणियां दे तान जगत जोत 10 पातशाहियां दे प्रतੱਖ स्वरूप अकाल पुरख रूप धन गरीब नवाज दातार पिता परमेश्वर धन श्री गुरु ग्रंथ साहिब जी अकाल पुरख पिता दी पावन निघी गोद अंदर शहनशाह कलगीधर चोजी प्रीतम बादशाह दरवेश आपे गुरु चेला धन दातार श्री गुरु गोबिंद सिंह महाराज जी दे इन्हां पावन प्रगट अस्थान पंथ दे इस पावन महान अस्थान तखत श्री हरमंदर जी श्री पटना साहिब दी पावन इलाही सरजमी ते
ਮਾਲਕ ਦੀ ਗੋਦ ਦਾ ਨਿੱਘ ਲੈ ਰਹੇ ਗੁਰੂ ਸਵਾਰੇ ਖਾਲਸਾ ਜੀ। ਆਓ ਦਾਤੇ ਨੇ ਤਰਸ ਕੀਤਾ ਹੈ, ਸੁਭਾਗ ਬਖਸ਼ਿਸ਼ ਕੀਤਾ ਹੈ। ਇਹ ਸਰੀਰਾਂ ਨੂੰ ਜੀਵਨ ਸਵਾਸ ਜ਼ਿੰਦਗੀਆਂ ਬਖਸ਼ਿਸ਼ ਕੀਤੀਆਂ ਨੇ, ਜੋ ਲੜੀਵਾਰ ਗੁਰ ਇਤਿਹਾਸ ਸਰਵਣ ਕਰਨ ਦਾ ਇਸ ਮਨੁੱਖਾ ਜਨਮ ਵਿੱਚ ਸੁਭਾਗ ਮਿਲਿਆ। ਇਸ ਤੋਂ ਪਿਛਲੇ ਜਨਮ ਵੀ ਬਤੀਤ ਹੋਏ ਨੇ, ਕੋਈ ਦਾਅਵੇ ਨਾਲ ਨਹੀਂ ਕਹਿ ਸਕਦੇ ਉਹਨਾਂ ਜਨਮਾਂ ਦੇ ਵਿੱਚ ਗੁਰ ਇਤਿਹਾਸ ਸਰਵਣ ਕੀਤਾ ਜਾਂ ਨਹੀਂ, ਉਹਨਾਂ ਜਨਮਾਂ ਦੇ ਵਿੱਚ ਗੁਰੂ ਕੀ ਸੰਗਤ ਮਿਲੀ ਜਾਂ ਨਹੀਂ। ਪਰ ਇਸ ਜਨਮ ਦੇ ਵਿੱਚ ਦਾਅਵੇ ਨਾਲ ਕਹਿ ਸਕਦੇ ਕਿ ਮਾਲਕ ਦੀ ਗੋਦ ਵਿੱਚ ਬੈਠੇ ਹਾਂ। ਸੋ ਲੜੀਵਾਰ ਗੁਰੂ ਇਤਿਹਾਸ ਸਰਵਣ ਕਰ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਾਡੇ ਵਰਗੇ ਸਿੱਖ ਆਉਂਦੇ ਨੇ, ਬਸ ਫਰਕ ਇਤਨਾ ਕੁ ਹੈ, ਸਰੀਰ ਵੀ ਉਹਨਾਂ ਦੇ ਸਾਡੇ ਵਰਗੇ ਹੀ ਨੇ। ਹੋ ਸਕਦਾ ਹੈ ਪਹਿਰਾਵਾ ਬਾਣਾ ਵੀ ਸਾਡੇ ਵਰਗਾ ਹੋਵੇ। ਹਾਂ, ਇਤਨਾ ਜ਼ਰੂਰ ਹੋ ਸਕਦਾ ਹੈ ਕਿ ਉਸ ਵਕਤ ਉਹਨਾਂ ਦੇ ਕੋਲ ਅੰਮ੍ਰਿਤ ਦੀ ਦਾਤ ਜੋ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਉਹ ਨਹੀਂ, ਪਰ ਹਾਂ ਗੁਰਸਿੱਖੀ ਸਰੂਪ ਗੁਰਸਿੱਖੀ ਬਾਣਾ ਉਹਨਾਂ ਦੇ ਕੋਲ ਜ਼ਰੂਰ ਹੈ। ਪਰ ਇੱਕ ਫਰਕ ਬਹੁਤ ਵੱਡਾ ਹੈ ਜੋ ਅਧਿਆਤਮਿਕ ਅਵਸਥਾ ਵਾਲਾ ਹੈ। ਸਾਡੇ ਵਰਗੇ ਸਰੀਰਕ ਤੌਰ 'ਤੇ ਮੇਲ ਜੋਲ ਸਾਡੇ ਨਾਲ ਖਾਂਦਾ ਹੈ, ਪਰ ਅੰਦਰ ਦੀ ਅਵਸਥਾ ਜਿਹੜੀ ਸਾਡੇ ਤੋਂ ਬਹੁਤ ਉਤਾਂਹ ਦੀ ਹੈ। ਸੋ ਐਸੇ ਪਿਆਰ ਵਾਲੇ ਜਗਿਆਸੂ, ਐਸੇ ਭਾਵਨਾ ਵਾਲੇ ਹਿਰਦਿਆਂ ਵਾਲੇ, ਗੁਰੂ ਨੂੰ ਮਿਲਣ ਦੀ ਤੜਫ ਲੈ ਕਰਕੇ ਤੁਰੇ ਹੋਏ ਉਹ ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਉਂਦੇ ਨੇ। ਆ ਕਰਕੇ ਵੱਖ-ਵੱਖ ਸਵਾਲ ਕੀਤੇ ਨੇ ਸਿੱਖਾਂ ਨੇ। ਕਿਸੇ ਦਾ ਸਵਾਲ ਸੀ ਕੱਲ੍ਹ ਦੇ ਦੀਵਾਨਾਂ ਅੰਦਰ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਨ ਦਾ ਟਿਕਾਊ ਨਹੀਂ ਬਣਦਾ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਜੋ ਜਵਾਬ ਦਿੱਤਾ ਕਿ ਤੁਸੀਂ ਹਾਲੇ ਮੁਸ਼ੱਕਤ ਨਹੀਂ ਕਰ ਰਹੇ, ਉਨੀ ਕਾਲਨਾ ਨਹੀਂ ਤੁਸੀਂ ਘਾਲ ਰਹੇ, ਕਿਉਂਕਿ ਤੁਹਾਡੀ ਪਿਛਲੀ ਜਨਮ ਦੀ ਜਿਹੜੀ ਕਾਲਨਾ ਉਹ ਬਹੁਤ ਥੋੜ੍ਹੀ ਹੈ। ਇਸ ਕਰਕੇ ਇਸ ਜਨਮ ਦੇ ਵਿੱਚ ਤੁਹਾਨੂੰ ਬਹੁਤ ਮੁਸ਼ੱਕਤ ਕਰਨੀ ਪਏਗੀ। ਦੂਸਰਾ, ਇਸ ਮਨ ਨੂੰ ਟਿਕਾਉਣ ਦੇ ਵਾਸਤੇ ਇਹ ਜਿਹੜੇ ਪ੍ਰਾਣ ਹਨ, ਪ੍ਰਾਣਾਂ ਦੇ ਵੱਲ ਇਸ਼ਾਰਾ ਕਰਕੇ ਇੱਕ ਦਲੀਲ ਦਿੱਤੀ ਕਿ ਜਿਸ ਤਰ੍ਹਾਂ 3 ਰਾਜੇ ਹੋਣ, ਉਹਨਾਂ 3 ਰਾਜਿਆਂ ਨੇ ਪਹਿਲਾਂ ਇਕੱਠੇ ਹੋ ਕੇ ਇੱਕ ਸਰਹੰਦ ਨੂੰ ਜਿੱਤਣ, ਉਸ ਤੋਂ ਬਾਅਦ ਤਿੰਨੇ ਇਕੱਠੇ ਹੋ ਕਰਕੇ ਫਿਰ ਲਾਹੌਰ ਨੂੰ ਜਿੱਤਣ, ਫਿਰ ਦਿੱਲੀ ਨੂੰ ਜਿੱਤਣ। ਇੰਝ ਵੱਖ-ਵੱਖ ਨਗਰਾਂ ਨੂੰ, ਕੋਈ ਵੀ ਨਗਰ ਆਪ ਜੀ ਲੈ ਸਕਦੇ ਹੋ। ਸੋ ਜਦੋਂ ਤਿੰਨੇ ਇਕੱਠੇ ਹੋ ਕੇ ਪਹਿਲਾਂ ਇੱਕ ਨੂੰ, ਫਿਰ ਦੂਜੇ ਨੂੰ, ਫਿਰ ਤੀਜੇ ਨੂੰ ਜਿੱਤਣ, ਤਾਂ ਜਿੱਤ ਪ੍ਰਾਪਤ ਕਰਕੇ ਫਿਰ ਇਕੱਲੇ ਹੋ ਜਾਵਣ। ਅਤੇ ਜੇ ਇਕੱਲਾ ਕਵੇ ਮੈਂ ਤਿੰਨਾਂ 'ਤੇ ਜਿੱਤ ਪ੍ਰਾਪਤ ਕਰਾਂਗਾ, ਅਸੰਭਵ ਹੋ ਜਾਏਗੀ। ਸੋ ਇੰਝ ਵੀ ਸਤਿਗੁਰਾਂ ਨੇ ਸਮਝਾਇਆ। ਫਿਰ ਇੱਕ ਪਿਆਰ ਵਾਲਾ ਸਿੱਖ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਪੜ੍ਹਦਾ ਹੈ, ਉਹਦੇ ਪਰਥਾਏ ਕੁਝ ਸਿੱਖਾਂ ਨੇ ਸ਼ੰਕਾ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਲੈ ਕੇ ਗਏ ਤਾਂ ਸਤਿਗੁਰਾਂ ਨੇ ਉਹ ਵੀ ਸਮਝਾਇਆ ਕਿ ਜਿਸ ਸ਼ਬਦ ਅੰਦਰ ਅਕਾਲ ਪੁਰਖ ਪਰਮੇਸ਼ਰ ਦੀ, ਗੁਰੂ ਦੀ ਉਸਤਤ ਹੋਵੇ, ਉਹਨੂੰ ਪੜ੍ਹਨ ਦੇ ਵਿੱਚ ਗੁਰੂ ਨਾਲ ਮਿਲਾਪ ਹੁੰਦਾ ਹੈ। ਸੋ ਇੰਝ ਕੱਲ੍ਹ ਕਾਫੀ ਸਿੱਖਾਂ ਦੇ ਵੱਖ-ਵੱਖ ਪ੍ਰਸ਼ਨ ਸਨ ਜੋ ਸਤਿਗੁਰਾਂ ਨੇ ਕਈ ਦਲੀਲਾਂ ਦੇ ਨਾਲ ਸਮਝਾਉਣਾ ਕੀਤੇ ਨੇ। ਸੋ ਆਓ ਅੱਜ ਵੀ ਕੁਝ ਐਸੇ ਕਮਾਈ ਵਾਲੇ, ਪਿਆਰ ਵਾਲੇ ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆ ਰਹੇ ਨੇ। ਜਿਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ, ਜਿਸ ਤਰ੍ਹਾਂ ਦੇ ਪ੍ਰਸ਼ਨ ਕਰਦੇ ਹਨ, ਆਓ ਇਹਨਾਂ ਨੂੰ ਸਰਵਣ ਕਰਦੇ ਹਾਂ, ਯਤਨ ਕਰੀਏ, ਅਰਦਾਸ ਕਰੀਏ ਕਿ ਐ ਦਾਤਾਰ ਪਾਤਸ਼ਾਹ ਤਰਸ ਕਰਿਓ। ਸਰੀਰ ਕਰਕੇ ਆਪ ਜੀ ਦੀ ਹਜ਼ੂਰੀ 'ਚ ਬੈਠੇ ਹਾਂ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦੀ ਸੋਝੀ ਸਮਰੱਥਾ, ਰੰਗ ਢੰਗ ਸਲੀਕਾ ਬਖਸ਼ਿਓ। ਜਿਤਨੇ ਜੁੜ ਬੈਠੇ ਹੋ, ਆਓ ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਜੈਤਾਨੰਦਾ ਸਿੱਖ ਦਵੈ ਸੰਗ ਪਿਰਾਗਾ ਹੋਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਸਿੱਖ ਆਏ ਨੇ, ਜਿਨ੍ਹਾਂ ਦੇ ਨਾਮ ਕਵੀ ਚੂੜਾਮਣੀ, ਕਵੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ। ਜੈਤਾ ਨੰਦਾ ਸਿੱਖ ਦਵੈ ਸੰਗ ਪਿਰਾਗਾ, ਭਾਵ ਇੱਕ ਭਾਈ ਜੈਤਾ, ਇੱਕ ਭਾਈ ਨੰਦਾ ਅਤੇ ਇੱਕ ਇਹਨਾਂ ਦੇ ਨਾਲ ਭਾਈ ਪਿਰਾਗਾ। ਇਹ 3 ਸਰੀਰ, 3 ਸਿੱਖ ਆਏ ਹਨ। ਸ੍ਰੀ ਅਰਜਨ ਕੇ ਚਰਨ ਢਿਗ ਆਏ ਨਿਵੇਤਰੈ ਸੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਢਿੱਗ, ਚਰਨ ਢਿੱਗ ਭਾਵ ਕੋਲ,
ਕੋਲ ਆ ਕਰਕੇ ਨਿਵੇ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਨਿਵੇ ਤੇ ਸਾਹਿਬ ਦੇ ਮੁਬਾਰਕ ਚਰਨਾਂ ਨੂੰ ਆਪਣੇ ਮਸਤਕ ਨਾਲ ਲਾਇਆ ਹੈ। ਚੌਪਈ ਹੱਥ ਜੋੜ ਕਰ ਅਰਜ ਗੁਜਾਰੀ। ਹੱਥ ਜੋੜੇ ਨੇ ਤਿੰਨਾਂ ਸਿੱਖਾਂ ਨੇ, ਬੜੇ ਪਿਆਰ ਦੇ ਨਾਲ ਅਰਜ ਬੇਨਤੀ ਕਰਨ ਲੱਗੇ ਹਨ ਕੀਜੈ ਅਸ ਉਪਦੇਸ਼ ਉਚਾਰੀ। ਕਿ ਸਤਿਗੁਰੂ ਜੀ ਸਾਨੂੰ ਅਸ ਉਪਦੇਸ਼, ਅਸ ਦਾ ਭਾਵ ਇਸ ਤਰ੍ਹਾਂ ਦਾ ਉਪਦੇਸ਼ ਜਿਹੜਾ ਹੈ, ਆਪ ਜੀ ਉਪਦੇਸ਼ ਰੋਜ਼ ਹੀ ਬਖਸ਼ਦੇ ਹੋ, ਪਰ ਸਾਡੇ ਜਿਹੜੀ ਹਾਲਤ ਹੈ ਮਨ ਦੀ ਉਹ ਕੁਝ ਵੱਖਰੀ ਹੈ, ਸੋ ਅਸ ਇਸ ਪ੍ਰਕਾਰ ਦਾ ਸਾਨੂੰ ਉਪਦੇਸ਼ ਦੇਣਾ ਕਰੋ। ਜਿਸ ਤੇ ਅਪਰਨਾ ਕਰਤਬ ਰਹੈ। ਜਿਸ ਉਪਦੇਸ਼ ਨੂੰ ਪ੍ਰਾਪਤ ਕਰਨ ਤੋਂ ਬਾਅਦ, ਕਮਾਉਣ ਤੋਂ ਬਾਅਦ ਹੋਰ ਕੋਈ ਕਰਤੱਵ ਭਾਵ ਕਰਨ ਯੋਗ ਕਰਮ ਜਿਹੜਾ ਉਹ ਜ਼ਿੰਦਗੀ 'ਚ ਨਾ ਰਹਿ ਜਾਵੇ। ਭਾਵ ਫਿਲਹਾਲ ਅਸੀਂ ਸੰਸਾਰ ਦੇ ਕਰਮ ਕਾਂਡਾਂ ਵਿੱਚ ਰੁੱਝੇ ਹਾਂ, ਸੰਸਾਰ ਦੇ ਕਰਮ ਕਾਂਡਾਂ ਵਿੱਚ ਖਚਿਤ ਹਾਂ, ਧਰਮ ਦੇ ਕਰਮ ਕਾਂਡਾਂ ਵਿੱਚ ਰੁੱਝੇ ਹਾਂ। ਸੋ ਐਸਾ ਉਪਦੇਸ਼ ਦਿਓ ਜਿਸ ਨੂੰ ਕਮਾ ਕੇ ਸੁਣ ਕੇ ਕਰਮ ਕਾਂਡ ਕਰਨ ਵਾਲੀ ਬਿਰਤੀ ਹੀ ਅੰਦਰੋਂ ਖਤਮ ਹੋ ਜਾਵੇ। ਧਰ ਹਰੀ ਦਾ ਆਛੋ ਪਦ ਲਹੈ। ਤੇ ਆਪ ਜੀ ਦੇ ਉਸ ਉਪਦੇਸ਼ ਨੂੰ ਹਿਰਦੇ 'ਚ ਧਾਰਨ ਕਰ ਸਕੀਏ ਤੇ ਆਸ਼ੋ ਸ੍ਰੇਸ਼ਟ ਪਦ, ਸ੍ਰੇਸ਼ਟ ਅਵਸਥਾ ਜਿਹੜੀ ਹੈ ਉਹ ਅਸੀਂ ਉਪਦੇਸ਼ ਦੇ ਦੁਆਰਾ ਪ੍ਰਾਪਤ ਕਰ ਸਕੀਏ। ਸ੍ਰੀ ਮੁਖ ਤੇ ਉਪਦੇਸ਼ ਬਖਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਮੁਖ ਤੋਂ, ਸ੍ਰੀ ਕੰਠ ਤੋਂ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਇੰਦਰੈ ਰੋਕੋ ਬਨ ਸਬਦਾਨਾ। ਕਹਿੰਦੇ ਸਾਵਧਾਨ ਹੋਵੋ, ਸਾਵਧਾਨ ਇਕਾਗਰ ਚੀਤ ਦੀ ਅਵਸਥਾ ਚੋਂ ਗੁਜ਼ਰੋ ਤੇ ਇੰਦਰੈ ਰੋਕੋ, ਸਾਵਧਾਨ ਹੋ ਕੇ ਆਪਣੇ ਇੰਦਰੀਆਂ ਨੂੰ ਰੋਕੋ। ਹੁਣ ਇਹਦਾ ਭਾਵ ਅਰਥ ਇਹ ਹੈ ਕਿ ਆਪਣੇ ਇੰਦਰੀਆਂ ਦੇ ਪ੍ਰਤੀ ਹਰ ਵਕਤ ਸਾਵਧਾਨ ਰਹੀਏ। ਜਿਵੇਂ ਆਪਾਂ ਕਿਸੇ ਐਸੀ ਜਗ੍ਹਾ ਤੋਂ, ਫਰਜ਼ ਕਰੋ ਜਿੱਥੇ ਕੁਝ ਤੇਲ ਡੁੱਲਿਆ ਹੋਵੇ ਜਾਂ ਤਿਲਕਣ ਹੋਵੇ, ਉੱਥੋਂ ਜਦੋਂ ਆਪਾਂ ਲੰਘਣਾ ਹੋਵੇ ਤੇ ਆਪਾਂ ਕਹਿੰਦੇ ਭਾਈ ਧਿਆਨ ਨਾਲ ਲੰਘਿਓ, ਸਾਵਧਾਨ ਹੋ ਕੇ ਲੰਘਿਓ। ਤੇ ਫਿਰ ਆਪਾਂ ਉਸ ਜਗ੍ਹਾ ਤੋਂ ਚਿੱਕੜ 'ਚੋਂ ਲੰਘੀਏ ਜਾਂ ਤੇਲ ਡੁੱਲੇ ਹੋਏ ਕਿਸੇ ਮਾਰਬਲ ਤੋਂ ਲੰਘਣਾ ਹੋਵੇ, ਆਪਾਂ ਬੜੇ ਸਾਵਧਾਨ ਹੋ ਕੇ ਲੰਘਦੇ ਹਾਂ, ਇਹਨਾਂ ਪੈਰਾਂ ਨੂੰ ਬੜਾ ਟਿਕਾ ਕੇ ਰੱਖਦੇ ਹਾਂ ਤੇ ਆਪਾਂ ਸਾਵਧਾਨ ਹੋ ਕੇ ਉੱਥੋਂ ਸਹੀ ਸਲਾਮਤ ਲੰਘ ਜਾਂਦੇ ਹਾਂ। ਆਪਣੇ ਇੰਦਰੀਆਂ ਨੂੰ ਸਾਵਧਾਨ ਹੋ ਕੇ ਹਰ ਵੇਲੇ ਰੋਕ ਕੇ ਰੱਖੀਏ। ਜੇ ਸੰਸਾਰ ਦੇ ਤਨ ਨੂੰ ਗਲਤ ਵਾਸ਼ਨਾ ਨਾਲ ਤੱਕਣ ਲੱਗਦੇ ਹੈ ਤਾਂ ਸਾਵਧਾਨ ਹੋ ਕੇ ਇਹਨਾਂ ਨੂੰ ਪਕੜੀਏ, ਅੱਖਾਂ ਨੂੰ। ਫਿਰ ਇਹ ਜ਼ੁਬਾਨ ਜੇ ਸੰਸਾਰ ਦੇ ਰਸ ਨਿੰਦਾ ਦੇ ਵਿੱਚ ਤੁਰਦੀ ਤਾਂ ਸਾਵਧਾਨ ਹੋ ਕਰਕੇ ਖਿਆਲ ਕਰੀਏ ਕਿ ਮੇਰੀ ਜ਼ੁਬਾਨ ਜਿਹੜੀ ਕਿਤੇ ਫਿਸਲਣ ਤੇ ਨਹੀਂ ਲੱਗੀ, ਕਿਤੇ ਗਲਤ ਸ਼ਬਦਾਵਲੀ ਤੇ ਨਹੀਂ ਵਰਤਣ ਲੱਗੀ। ਸੋ ਇਸ ਤਰ੍ਹਾਂ ਆਪਣੇ ਇੰਦਰੀਆਂ ਦੇ ਪ੍ਰਤੀ ਸਾਵਧਾਨ ਹੋ ਕਰਕੇ ਇਹਨਾਂ ਨੂੰ ਸੰਭਾਲਣਾ ਕਰੋ। ਸਵਾਸ ਸਵਾਸ ਸਿਮਰੋ ਅਠ ਜਾਮ। ਤੇ ਫਿਰ ਅਠੇ ਜਾਮ ਸਵਾਸ ਸਵਾਸ ਕਰਕੇ ਗੁਰੂ ਕੇ ਸ਼ਬਦ ਨੂੰ ਸਿਮਰਨਾ ਕਰੋ। ਸਭ ਤੇ ਊਚ ਵਾਹਿਗੁਰੂ ਨਾਮ। ਤੇ ਸਿਮਰਨਾ ਕੀ ਹੈ? ਸਾਰਿਆਂ ਨਾਮਾਂ ਦੇ ਵਿੱਚੋਂ ਸ਼੍ਰੋਮਣੀ ਨਾਮ, ਸੰਸਾਰ ਦੇ ਉੱਤੇ ਦਿੱਤੇ ਗਏ ਅੱਜ ਤੱਕ ਦੇ ਰਹਿਬਰਾਂ ਪੈਗੰਬਰਾਂ ਵੱਲੋਂ ਦਿੱਤੇ ਗਏ ਨਾਵਾਂ ਦੇ ਵਿੱਚੋਂ ਸਾਰਿਆਂ ਤੋਂ ਉੱਤਮ, ਸਾਰਿਆਂ ਤੋਂ ਸ੍ਰੇਸ਼ਟ ਜੋ ਵਾਹਿਗੁਰੂ ਨਾਮ ਹੈ ਉਹਨੂੰ ਸਿਮਰਨਾ ਕਰੋ। ਜਪ ਹੈ ਟਿਕ ਹੈ ਨਹਿ ਬ੍ਰਿਤ ਨਿਹਾਰੋ। ਸਾਹਿਬ ਜੀ ਨੇ ਇੱਕ ਹੋਰ ਸਮਝਾਇਆ, ਕਹਿੰਦੇ ਜਦੋਂ ਜਪੋਗੇ ਨਾ ਤੇ ਸੁਭਾਵਕ ਹੈ ਨਵੇਂ ਨਵੇਂ ਤੁਰਾਂਗੇ, ਜਦੋਂ ਆਪਾਂ ਵੀ ਤੁਰਦੇ ਹਾਂ ਤੇ ਨਹੀਂ ਮਨ ਟਿਕਦਾ, ਬੜੇ ਸਵਾਲ ਵੀ ਕਰਦੇ ਹਾਂ, ਬੜੀ ਮਸ਼ੱਕਤ ਵੀ ਕਰਦੇ ਹਾਂ ਮਨ ਦੇ ਨਾਲ, ਤਾਂ ਸਾਹਿਬ ਕਹਿੰਦੇ ਜਦੋਂ ਨਹੀਂ ਟਿਕਦਾ ਬ੍ਰਿਤ ਨਿਹਾਰੋ, ਆਪਣੀ ਬਿਰਤੀ ਜਿਹੜੀ ਉਹਨੂੰ ਦੇਖਣਾ ਕਰੋ, ਬਿਰਤੀ ਵੱਲ ਧਿਆਨ ਦੇਣਾ ਕਰੋ। ਆਵਹਿ ਵਹਿਰ ਤਾ ਸ਼ਬਦ ਉਚਾਰੋ। ਬਿਰਤੀ ਤੇ ਧਿਆਨ ਕੇਂਦਰਿਤ ਕਰਕੇ ਇਸ ਮਨ ਨੂੰ ਜੇ ਬਾਹਰ ਜਾਂਦਾ ਹੈ ਤਾਂ ਇਹਨੂੰ ਪਕੜ ਕੇ ਫਿਰ ਆਪਣੇ ਘਰ ਦੇ ਵਿੱਚ ਲਿਆਉਣਾ ਕਰੋ। ਰਾਖੋ ਪਰਚਾ ਸਤਿਗੁਰ ਬਾਣੀ। ਤੇ ਪਰਚਾ ਗੁਰੂ ਕੀ ਬਾਣੀ ਤੇ, ਭਾਵ ਭਰੋਸਾ ਜਿਹੜਾ ਹੈ ਉਹ ਸਤਿਗੁਰੂ ਕੀ ਬਾਣੀ ਦੇ ਉੱਤੇ ਪੂਰਨ ਭਰੋਸਾ ਕਰਕੇ ਰੱਖੋ। ਤਿਸ ਹੀ ਤੇ ਹੋਵੋ ਬ੍ਰਹਮ ਗਿਆਨੀ। ਇਸ ਅਵਸਥਾ ਦੇ ਦੁਆਰਾ ਚੱਲਦਿਆਂ ਚੱਲਦਿਆਂ ਤੁਸੀਂ ਬ੍ਰਹਮ ਗਿਆਨੀ ਹੋ ਜਾਓਗੇ, ਬ੍ਰਹਮ ਨੂੰ ਜਾਣਨ ਵਾਲੇ ਹੋ ਜਾਓਗੇ, ਬ੍ਰਹਮ ਦੀ ਅਵਸਥਾ ਨੂੰ ਮੰਨਣ ਲੱਗ ਪਵੋਗੇ। ਸ੍ਰੀ ਸਤਿਗੁਰ ਤੇ ਸੁਣ ਉਪਦੇਸ਼। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਇਹ ਮੁਬਾਰਕ ਉਪਦੇਸ਼ ਸਰਵਣ ਕਰਕੇ ਲਗੇ ਕਰਨ ਤਿਸ ਰੀਤ ਹਵੇਸ। ਇਹ ਭਾਈ ਜੈਤਾ, ਨੰਦਾ ਤੇ ਪਿਰਾਣਾ, ਇਹ ਤਿੰਨੇ ਜਿਹੜੇ ਹਨ ਪਿਰਾਗਾ, ਇਹ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣ ਲੱਗ ਪਏ ਹਨ। ਵਿਪੁਰਾਣ ਦੇਖ ਕਹਿਓ ਕਿਆ ਕੀਨਾ। ਹੁਣ ਜਿਸ ਨਗਰ ਦੇ ਵਿੱਚੋਂ ਗਏ ਸੀ,
ਉਸ ਨਗਰ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਸਨ ਹਿੰਦੂ ਰਸਮੋ ਰਿਵਾਜ ਉਹਨਾਂ ਪਰੰਪਰਾਵਾਂ ਨੂੰ ਮੰਨਣ ਵਾਲੇ ਸੀ। ਕੁਝ ਇਹਨਾਂ ਦਾ ਵੀ ਰਾਬਤਾ ਉਹਨਾਂ ਲੋਕਾਂ ਦੇ ਨਾਲ ਪਿਆ ਸੀ। ਤਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਐਸਾ ਉਪਦੇਸ਼ ਦਿਓ ਕਿ ਅਸੀਂ ਜਿਹੜੇ ਕਰਮ ਕਾਂਡਾਂ ਵਿੱਚ ਫਸੇ ਹਾਂ ਛੁੱਟ ਜਾਈਏ। ਜਦੋਂ ਆਪਣੇ ਨਗਰ ਵਾਪਸ ਗਏ, ਹੁਣ ਇਹਨਾਂ ਨੇ ਸਿਮਰਨ ਕਰਨਾ ਸ਼ੁਰੂ ਕੀਤਾ, ਇਹਨਾਂ ਨੇ ਜਾਪ ਕਰਨਾ, ਸਿਮਰਨ ਦੀ ਅਵਸਥਾ ਵਿੱਚ ਜੁੜਨਾ ਸ਼ੁਰੂ ਕੀਤਾ। ਹੁਣ ਜਿਹੜੇ ਬ੍ਰਾਹਮਣ ਰੋਜ਼ ਇਹਨਾਂ ਨੂੰ ਕਰਮ ਕਾਂਡਾਂ ਦੀ ਦੁਨੀਆ ਵੱਲ ਪ੍ਰੇਰਦੇ ਸੀ, ਉਹਨਾਂ ਨੇ ਦੇਖਿਆ ਵੀ ਹੁਣ ਆ ਹੀ ਨਹੀਂ ਰਹੇ। ਜੇ ਆਉਂਦੇ ਆ ਸਾਡੇ ਕੋਲ ਤੇ ਕੋਈ ਕਰਮ ਕਾਂਡ ਨਹੀਂ ਕਰਦੇ, ਕੋਈ ਮੂਰਤੀ ਪੂਜਾ ਨਹੀਂ ਕਰਦੇ। ਉਹਨਾਂ ਨੇ ਇੱਕ ਦਿਨ ਸੁਭਾਵਕ ਕਟਾਕਸ਼ ਕਰਦਿਆਂ ਜਾਂ ਇੰਜ ਕਹਿ ਦਈਏ ਤਾਨਾ ਮਾਰਦਿਆਂ ਜਾਂ ਆਪਣੇ ਵੱਲ ਖਿੱਚਦਿਆਂ ਹੋਇਆਂ ਇਹ ਸ਼ਬਦ ਕਿਹਾ ਕਿ ਭਾਈ ਤੁਸੀਂ ਹੁਣ ਸਾਡਾ ਦਿੱਤਾ ਉਪਦੇਸ਼ ਕਿਉਂ ਨਹੀਂ ਕਮਾ ਰਹੇ? ਤੁਸੀਂ ਕੋਈ ਦੂਸਰਾ ਮਤ ਜਿਹੜਾ ਹੈ, ਦੂਸਰਾ ਧਰਮ ਅਪਣਾ ਲਿਆ ਹੈ। ਕਰਮ ਕਾਂਡ ਸਗਰੋ ਤਜ ਦੀਨਾ। ਕੀ ਹੋਇਆ ਹੈ? ਤੁਸੀਂ ਸਾਰਾ ਜੋ ਹਿੰਦੂ ਧਰਮ ਦਾ ਕਰਮ ਕਾਂਡ ਅਸੀਂ ਤੁਹਾਨੂੰ ਦੱਸਿਆ ਸੀ, ਉਹ ਇੱਕ ਨਹੀਂ ਦੋ ਨਹੀਂ, ਸਾਰੇ ਦਾ ਸਾਰਾ ਹੀ ਤੁਸੀਂ ਛੱਡ ਦਿੱਤਾ। ਨਿਤ ਨਮਿਤ ਕਰਮ ਸਭ ਤਿਆਗੇ। ਜਿਹੜੇ ਨਿਤ ਕਰਮ ਤੇ ਨਮਿਤ ਕਰਮ, ਇੱਕ ਹੁੰਦੇ ਨਿਤ ਕਰਮ ਜੋ ਰੋਜ਼ਾਨਾ ਆਪਣੇ ਜੀਵਨ 'ਚ ਕਰਦਾ ਹੈ ਕੋਈ, ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੈ। ਇੱਕ ਉਹਦਾ ਨਿਤ ਕਰਮ ਹੁੰਦਾ ਵੀ ਮੈਂ ਆਹ ਕੰਮ ਰੋਜ਼ ਕਰਨਾ ਹੀ ਕਰਨਾ ਹੈ। ਇੱਕ ਹੁੰਦਾ ਨਮਿਤ ਕਰਮ ਜਿਹੜਾ ਕਿਸੇ ਦੇ ਵਾਸਤੇ ਕੀਤਾ ਜਾਂਦਾ ਹੁੰਦਾ ਹੈ। ਇਹ ਹਿੰਦੂ ਧਰਮ ਅੰਦਰ ਨਿਤ ਤੇ ਨਮਿਤ ਕਰਮ ਬਹੁਤ ਪ੍ਰਚਲਿਤ ਸਨ। ਸੋ ਬ੍ਰਾਹਮਣ ਕਹਿੰਦਾ ਤੁਸੀਂ ਨਿਤ ਤੇ ਨਮਿਤ ਕਰਮ, ਭਾਵ ਇੱਕ ਆਪਣੀ ਰੋਜ਼ਾਨਾ ਦੀ ਰੂਟੀਨ 'ਚ ਕੀਤਾ ਗਿਆ ਧਰਮ ਦਾ ਕਰਮ, ਇੱਕ ਕਿਸੇ ਵਾਸਤੇ ਜੋ ਧਰਮ ਦੇ ਕਰਮ ਕਰਦੇ ਸੀ, ਇਹ ਤੁਸੀਂ ਦੋਨੋਂ ਹੀ ਤਿਆਗ ਚੁੱਕੇ ਹੋ। ਭ੍ਰਿਸ਼ਟ ਪਏ ਤੁਮ ਕਿਸ ਮਗ ਲਾਗੇ। ਤੁਸੀਂ ਕਿਸ ਦੇ ਰਸਤੇ ਪੈ ਗਏ ਹੋ, ਕਿਸ ਦੇ ਮਗਰ ਲੱਗ ਗਏ ਹੋ, ਕਿਹੜੇ ਰਾਹ ਪੈ ਗਏ ਹੋ, ਕਿੰਨੇ ਤੁਹਾਨੂੰ ਇਸ ਰਾਹ ਪਾ ਦਿੱਤਾ ਹੈ? ਤੁਸੀਂ ਤੇ ਭ੍ਰਿਸ਼ਟ ਹੋ ਗਏ ਹੋ। ਤੁਸੀਂ ਪਹਿਲਾਂ ਸਾਡੇ ਰਸਮੋ ਰਿਵਾਜਾਂ ਨੂੰ ਅਪਣਾਉਂਦੇ ਸੀ, ਤੁਸੀਂ ਪਵਿੱਤਰ ਸੀ, ਤੇ ਜਦੋਂ ਤੋਂ ਤੁਸੀਂ ਇਹ ਸਾਰਾ ਕੁਝ ਛੱਡਤਾ ਤੁਸੀਂ ਭ੍ਰਿਸ਼ਟ ਹੋ ਗਏ ਹੋ। ਗਣ ਪੰਡਤ ਮਹਿ ਤਿਨਹੁ ਬਖਾਨਾ। ਗਣ ਪੰਡਿਤ, ਇੱਕ ਪੰਡਿਤ ਨਹੀਂ, ਬੜਾ ਸਮੂਹ ਸੀ ਉਹਨਾਂ ਪੰਡਤਾਂ ਦਾ ਜਿਨ੍ਹਾਂ ਨੇ ਗੱਲ ਕਹੀ। ਤਾਂ ਗੁਰੂ ਕੇ ਸਿੱਖ ਬੜੇ ਨਿਤੜਕ ਹੋ ਕਰਕੇ, ਬੜੇ ਬੇਪਰਵਾਹ ਹੋ ਕਰਕੇ ਉਹਨਾਂ ਦੇ ਵਿੱਚ ਖੜ ਕੇ ਕਹਿਣ ਲੱਗੇ, ਮਿਲਿਓ ਹਮ ਹੈ ਸਤਿਗੁਰੂ ਮਹਾਨਾ। ਕਿ ਭਾਈ ਸਾਨੂੰ ਮਹਾਨ ਸਤਿਗੁਰੂ, ਪੂਰਾ ਸਤਿਗੁਰੂ, ਮਹਾਬਲੀ ਸਤਿਗੁਰੂ, ਲੋਕ ਪਰਲੋਕ ਦਾ ਰਾਖਾ ਸਤਿਗੁਰੂ ਮਿਲ ਗਿਆ ਹੈ। ਤਬ ਤੇ ਮ੍ਰਿਤਕ ਪਿਤਾ ਅਗਿਆਨ। ਤੇ ਜਿਸ ਦਿਨ ਤੋਂ ਸਾਨੂੰ ਪੂਰਾ ਗੁਰੂ ਮਿਲਿਆ ਨਾ, ਸਾਡੇ ਅੰਦਰ ਜਿਹੜਾ ਅਗਿਆਨ ਰੂਪੀ ਪਿਤਾ ਸੀ ਨਾ, ਉਹ ਅਗਿਆਨ ਰੂਪੀ ਪਿਤਾ ਮਰ ਗਿਆ ਸਾਡਾ। ਜਨਮਿਓ ਘਰ ਸਪੂਤ ਬ੍ਰਹਮ ਗਿਆਨ। ਤੇ ਹੁਣ ਸਾਡੇ ਘਰ ਤੇ ਇੱਕ ਪੁੱਤਰ ਪੈਦਾ ਹੋਇਆ। ਅਗਿਆਨ ਰੂਪੀ ਪਿਤਾ ਮਰ ਗਿਆ ਤੇ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਹੋ ਗਿਆ ਹੈ। ਮਰਨ ਜਨਮ ਤੇ ਸੂਤਕ ਪਇਓ। ਤੇ ਨਾਲ ਹੀ ਕਟਾਕਸ਼ ਕਰਦਿਆਂ ਹੋਇਆਂ ਕਹਿਣ ਲੱਗੇ ਕਿ ਦੇਖੋ, ਜੰਮਣ ਤੇ ਮਰਨ ਬੜਾ ਭਾਰੀ ਸੂਤਕ ਮੰਨਦੇ ਹੋ ਤੁਸੀਂ। ਜੇ ਕਿਸੇ ਦੇ ਘਰ 'ਚ ਮੌਤ ਹੋ ਜੇ ਤਾਂ ਵੀ ਕਹਿੰਦੇ ਜੀ ਸੂਤਕ ਲੱਗਾ, ਇਸ ਘਰੇ ਜਾਣਾ ਨਹੀਂ। ਜੇ ਬੱਚਾ ਪੈਦਾ ਹੋ ਗਿਆ, ਜਨਮ ਲਿਆ ਕਿਸੇ ਨੇ, ਤੁਸੀਂ ਤਾਂ ਵੀ ਸੂਤਕ ਮੰਨਦੇ ਹੋ। ਸਾਡੇ ਘਰ ਦੇ ਵਿੱਚ ਅਗਿਆਨ ਦੀ ਮੌਤ ਹੋਈ ਹੈ ਤੇ ਗਿਆਨ, ਬ੍ਰਹਮ ਗਿਆਨ ਰੂਪ ਪੁੱਤਰ ਪੈਦਾ ਹੋਇਆ, ਪਰ ਅਸੀਂ ਜਨਮ ਤੇ ਮਰਨ ਵਾਲੇ ਇਸ ਸੂਤਕ ਤੋਂ ਵੀ ਉਤਾਂਹ ਹੋ ਗਏ ਹਾਂ। ਤਬ ਤੇ ਕਰਮ ਕਾਂਡ ਮਿਟ ਗਇਓ। ਤੇ ਤੁਸੀਂ ਤੇ ਜਿਸ ਦਿਨ ਇਹ ਸੂਤਕ ਕਿਸੇ ਦੇ ਘਰ ਲੱਗਦਾ, ਤੁਸੀਂ ਕਰਮਕਾਂਡ ਸ਼ੁਰੂ ਕਰਦੇ ਉਹਦੇ ਘਰ ਵਿੱਚ। ਪਰ ਅਸੀਂ ਕੀ ਕੀਤਾ ਹੈ? ਜਿਸ ਦਿਨ ਤੋਂ ਇਹ ਅਵਸਥਾ ਸਾਡੇ ਅੰਦਰ ਆਈ ਹੈ, ਸਾਡੇ ਸਾਰੇ ਕਰਮਕਾਂਡ ਜਿਹੜੇ ਉਹ ਛੁੱਟ ਗਏ ਹਨ। ਨਹੀਂ ਕਰਮ ਲੇਖੇ ਸੋ ਲਗੰਤੇ। ਤੁਸੀਂ ਇੱਕ ਦਲੀਲ ਸਾਨੂੰ ਦਿੰਦੇ ਹੁੰਦੇ ਸੀ ਕਿ ਸੂਤਕ ਦੇ ਦੁਆਰਾ, ਸੂਤਕ ਤੋਂ ਬਿਨਾਂ ਕੀਤੇ ਹੋਏ ਕਰਮ ਜਿਹੜੇ ਨੇ ਉਹ ਕਿਸੇ ਲੇਖੇ ਨਹੀਂ ਲੱਗਦੇ ਹਨ। ਜਿਨ ਕੇ ਸੂਤਕ ਹੋਤ ਪਣੰਤੇ। ਜਿਨ੍ਹਾਂ ਦੇ ਵਿੱਚ ਸੂਤਕ ਪੈ ਜਾਵੇ ਉਹ ਕਰਮ ਲੇਖੇ ਨਹੀਂ ਪੈਂਦੇ। ਇਹ ਤੁਸੀਂ ਸਾਨੂੰ ਆਪ ਪੜਾਇਆ, ਤੁਸੀਂ ਸਾਨੂੰ ਆਪ ਉਪਦੇਸ਼ ਦਿੱਤਾ ਹੈ। ਤੁਮ ਤੇ ਹੀ ਹਮ ਸੁਣ ਇਸ ਭਾਂਤ। ਤੇ ਤੁਹਾਡੇ ਕੋਲੋਂ ਹੀ, ਅਸੀਂ ਤੇ ਜਾਣਦੇ ਨਹੀਂ ਸੀ ਸੂਤਕ ਕੀ ਹੈ, ਇਹ ਕੀ ਚੀਜ਼ਾਂ ਨੇ, ਕਰਮਕਾਂਡ ਕੀ ਹੈ। ਇਹ ਸਾਰਾ ਕੁਝ ਤੁਸੀਂ ਹੀ ਸਾਨੂੰ ਸਿਖਾਇਆ ਤੇ ਤੁਸੀਂ ਸੀ ਇਸ ਕਰਮਕਾਂਡ ਦੇ ਵਹਿਣ ਵਿੱਚ ਸਾਨੂੰ ਰੋੜਨਾ ਕੀਤਾ। ਤਿਆਗੇ ਕਰਮ ਜਾਨ ਬਖਿਆਤ। ਪਰ ਹੁਣ ਅਸੀਂ ਜਾਨ ਬਖਿਆਤ ਜਦੋਂ ਜਾਣ ਗਏ ਗੁਰੂ ਕੋਲ ਜਾ ਕੇ, ਫਿਰ ਪ੍ਰਗਟ ਰੂਪ ਦੇ ਅੰਦਰ ਗਿਆਨ ਪ੍ਰਾਪਤ ਹੋਇਆ, ਤਾਂ ਅਸੀਂ ਇਹ ਸਾਰੇ ਕਰਮਕਾਂਡ ਤੁਹਾਡੇ ਵਾਲੇ ਤਿਆਗ ਦਿੱਤੇ, ਛੱਡ ਦਿੱਤੇ। ਕਹੋ ਜੇ ਸੂਤਕ ਥੋਰੋ ਰਹੈ। ਦੂਸਰਾ ਸਵਾਲ ਤੁਹਾਡਾ, ਤੁਸੀਂ ਪੜਾਉਂਦਿਆਂ ਜਾਂ ਉਪਦੇਸ਼ ਦਿੰਦਿਆਂ ਕਹਿੰਦੇ ਸੀ
ਕਿ ਸੂਤਕ ਥੋੜਾ ਜਿਹਾ ਵੀ ਹੋਵੇ ਤੇ ਸੂਤਕ ਸੂਤਕ ਹੀ ਮੰਨਿਆ ਜਾਂਦਾ ਹੈ, ਭਾਵੇਂ ਇੱਕ ਦਿਨ ਦਾ ਹੋਵੇ ਤੇ ਭਾਵੇਂ 11 ਦਿਨਾਂ ਦਾ ਹੋਵੇ। ਹੁਣ ਜੇ ਤੁਹਾਡੇ ਥੋੜੇ ਜਿਹੇ ਸੂਤਕ ਦੇ ਮੁਤਾਬਕ ਵੀ ਚੱਲੀਏ ਤਾਂ ਗੁਰ ਕੀ ਆਗਿਆ ਇਸ ਬਿਦ ਹੈ। ਸਾਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕੈਸੀ ਆਗਿਆ। ਇੱਕ ਤਾਂ ਅਗਿਆਨ ਮਰਨਾ ਤੇ ਬ੍ਰਹਮ ਗਿਆਨ ਰੂਪ ਪਿੱਤਰ ਪੁੱਤਰ ਪੈਦਾ ਹੋਣਾ, ਇਹ ਬਾਤ। ਦੂਜਾ ਥੋੜੇ ਸਮੇਂ ਵਾਲਾ ਸੂਤਕ ਸਾਡੇ ਅੰਦਰ ਕਿਹੜਾ ਚੱਲਦਾ ਹੈ, ਤੇ ਦੱਸਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਜੋ ਸਮਝਾਇਆ। ਗੁਰੂ ਕੀ ਆਗਿਆ ਸਾਨੂੰ ਇਸ ਪ੍ਰਕਾਰ ਹੈ, ਨਾਭੀ ਤੇ ਜਬ ਉਪਜੈ ਸਵਾਸ, ਕਿ ਇਸ ਨਾਭੀ ਦੇ ਵਿੱਚੋਂ ਜਦੋਂ ਸਵਾਸ ਉਪਜੈ ਪੈਦਾ ਹੁੰਦਾ, ਜਦੋਂ ਹਵਾ ਜਿਹੜੀ ਹੈ ਉਹ ਸਾਡੀ ਨਾਭੀ ਵਿੱਚ ਜਾ ਕਰਕੇ ਘੁੰਮਦੀ ਹੈ, ਯੂਟਰਨ ਲੈਂਦੀ ਹੈ, ਨਾਭੀ ਚੋਂ ਜਦੋਂ ਸਵਾਸ ਪੈਦਾ ਹੁੰਦਾ ਹੈ ਤਬ ਤੋ ਜਨਮ ਸੋਹਤ ਪ੍ਰਕਾਸ਼, ਉਸ ਵਕਤ ਸਾਡਾ ਜਨਮ ਹੁੰਦਾ ਹੈ, ਉਸ ਵਕਤ ਸਾਡਾ ਜਨਮ ਪ੍ਰਕਾਸ਼ ਹੁੰਦਾ ਹੈ। ਇੰਜ ਕਹਿ ਦਈਏ ਸਾਡੇ ਅੰਦਰ ਜਨਮ ਪ੍ਰਕਾਸ਼ ਹੁੰਦਾ ਹੈ, ਜਾਂ ਸਾਡਾ ਉਸ ਵਕਤ ਜਨਮ ਹੁੰਦਾ ਹੈ, ਜਾਂ ਸਾਡੇ ਅੰਦਰ ਉਹ ਸਵਾਸ ਪ੍ਰਕਾਸ਼ ਕਰਦਾ ਹੈ। ਵਹਿਰ ਨਾਸਿਕਾ ਤੇ ਨਿਕਸਾਏ, ਜਦੋਂ ਉਹ ਨਾਸਿਕਾ ਤੇ ਆਉਂਦਾ, ਨਾਭੀ ਚੋਂ ਸਵਾਸ ਪੈਦਾ ਹੁੰਦਾ, ਸਾਡਾ ਜਨਮ ਹੋ ਗਿਆ, ਤੇ ਜਦੋਂ ਨਾਸਿਕਾ ਤੇ ਆ ਕਰਕੇ ਉਹ ਬਾਹਰ ਨਿਕਲਦਾ ਹੈ ਤਬ ਤਿਨ ਕੋ ਮਰਨੋ ਹੋਏ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਸਿਖਾਇਆ ਕਿ ਉਸ ਵਕਤ ਸਾਡਾ ਮਰਨ ਹੋ ਜਾਂਦਾ ਹੈ। ਭਾਵ ਸਾਡੀ ਜ਼ਿੰਦਗੀ, ਜਿਹਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੁਹਲਤ ਮੁਹਤ ਨਾ ਜਾਣਾ, ਅਸੀਂ ਉਸ ਸਾਹ ਤੇ ਟਿਕੇ ਹਾਂ। ਜੇ ਪੈਦਾ ਹੋ ਗਿਆ, ਜ਼ਿੰਦਗੀ ਮਿਲ ਗਈ, ਨਾਸਿਕਾ ਤੋਂ ਬਾਹਰ ਨਿਕਲ ਗਿਆ ਮੁਰਦਾ, ਜੇ ਪਰਤ ਕੇ ਨਾਭੀ 'ਚ ਸਵਾਸ ਨੇ ਜਨਮ ਲੈ ਲਿਆ ਤੇ ਜ਼ਿੰਦਗੀ ਮਿਲ ਜਾਏਗੀ, ਜੇ ਪਰਤ ਕੇ ਨਾਭੀ 'ਚ ਸਾਹ ਨੇ ਜਨਮ ਨਾ ਲਿਆ ਤੇ ਅਸੀਂ ਢੇਰੀਆਂ। ਸੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੰਝ ਸਾਨੂੰ ਇਸ ਵਿਧੀ ਸਮਝਾਇਆ ਸਿਖਾਇਆ ਹੈ। ਸੂਤਕ ਬਿਨਾ ਕਰਮ ਕੋ ਸਮੈ, ਤੇ ਅਸੀਂ ਫਿਰ ਧਿਆਨ ਦੇ ਨਾਲ ਹੁਣ ਤੁਹਾਨੂੰ ਇਹ ਜਵਾਬ ਦੇ ਰਹੇ ਕਿ ਕੋਈ ਵੀ ਕਰਮ ਸਾਡਾ ਤੇ ਇਸ ਵੇਲੇ, ਜੇ ਤੁਸੀਂ ਕਹਿੰਦੇ ਹੋ ਜੰਮਣਾ ਤੇ ਮਰਨਾ ਸੂਤਕ ਹੈ, ਤੇ ਸਾਡੇ ਤਾਂ ਫਿਰ ਸਾਰੇ ਇਹ ਸਵਾਸ ਲੈਣਾ ਤੇ ਸਵਾਸ ਦਾ ਖਤਮ ਹੋਣਾ, ਕਦੀ ਜੰਮਣਾ ਤੇ ਕਦੀ ਮਰਨਾ, ਹਰ ਛੇਨੀ ਆਪਾਂ ਤੇ ਸੂਤਕ ਦੇ ਵਿੱਚ ਚੱਲਦੇ ਪਏ ਹਾਂ। ਕਿਉਂਕਿ ਸਾਹ ਪੈਦਾ ਹੋਇਆ, ਜੰਮ ਗਏ, ਜਿਵੇਂ ਨਾਸਿਕਾ ਤੋਂ ਬਾਹਰ ਹੋ ਗਿਆ ਮੌਤ ਹੋ ਗਈ, ਅਗਲੇ ਸਾਹ ਨੇ ਜਨਮ ਲਿਆ, ਫਿਰ ਜਨਮ ਹੋ ਗਿਆ, ਉਹ ਨਾਸਿਕਾ ਤੋਂ ਬਾਹਰ ਆ ਗਿਆ, ਫਿਰ ਮੌਤ ਹੋ ਗਈ। ਤੁਸੀਂ ਕਿਹੜੇ ਸੂਤਕਾਂ ਦੀ ਗੱਲ ਕਰਦੇ ਹੋ? ਆਪਾਂ ਤੇ ਇੱਕ ਇੱਕ ਛਿਨ ਸੂਤਕ ਦੇ ਵਿੱਚੋਂ ਗੁਜ਼ਰਦੇ ਹਾਂ। ਰਹੇ ਵਿਚਾਰੇ ਨਾ ਪ੍ਰਾਪਤ ਹਮੈ, ਇਸ ਕਰਕੇ ਬੜੇ ਚਿਰ ਤੋਂ ਅਸੀਂ ਇਹਨਾਂ ਵਿਚਾਰਾਂ ਦੇ ਵਿੱਚ ਸੀ ਤੁਹਾਡੇ ਵਾਲੀਆਂ ਇਹ ਸੂਤਕ ਪਾਤਕ ਦੇ ਵਿੱਚ, ਪਰ ਹਾਲੇ ਤੱਕ ਕੁਝ ਗੱਲ ਸਮਝ ਨਹੀਂ ਸੀ ਆਈ ਚੰਗੀ ਤਰ੍ਹਾਂ। ਪਰ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਸਾਰੇ ਅਡੰਬਰ, ਸਾਰੇ ਸੂਤਕ ਦੇ ਵਹਿਮਾਂ ਭਰਮਾਂ ਚੋਂ ਕੱਢ ਦਿੱਤਾ। ਸਵਾਸ ਸਵਾਸ ਮਹਿ ਨਾਮ ਆਧਾਰਾ, ਅਸੀਂ ਕੀ ਕਰਦੇ ਹਾਂ? ਇਹਨਾਂ ਸਵਾਸਾਂ ਦੇ ਵਿੱਚ ਨਾਮ ਦਾ ਆਸਰਾ ਪਕੜਿਆ। ਹੁਣ ਸਵਾਸਾਂ ਦੇ ਵਿੱਚ ਜੰਮਣ ਮਰਨ ਦਾ ਆਸਰਾ ਵੀ ਖਤਮ ਕਰਤਾ, ਮੌਤ ਦਾ ਭੈ ਤੇ ਜਨਮ ਦੀ ਖੁਸ਼ੀ ਵੀ ਵਿਸਾਰ ਦਿੱਤੀ। ਹੁਣ ਸਵਾਸ ਸਵਾਸ ਦੇ ਵਿੱਚ ਨਾਮ ਦਾ ਆਸਰਾ ਲੈ ਲਿਆ ਹੈ। ਰਾਖਤ ਹੈ ਸਤਿਗੁਰੂ ਉਚਾਰਾ, ਤੇ ਹਰ ਵਕਤ ਸਤਿਗੁਰੂ ਦੇ ਦਿੱਤੇ ਹੋਏ ਗੁਰ ਸ਼ਬਦ ਨੂੰ ਰਾਖਤ ਹੈ, ਆਪਣੇ ਸਵਾਸਾਂ 'ਚ ਰੱਖਦੇ ਹਾਂ ਤੇ ਉਚਾਰਨ ਕਰਦੇ ਹਾਂ। ਸੁਨਤ ਵਿਪਰ ਤੂੰ ਸਨ ਹੋਏ ਰਹੇ, ਸੁਣ ਕਰਕੇ ਸਾਰੇ ਬ੍ਰਾਹਮਣ ਜਿਹੜੇ ਸਨ ਬਿਲਕੁਲ ਚੁੱਪ ਹੋ ਗਏ ਹਨ। ਰਹੇ ਵਿਚਾਰ ਨਾ ਉਤਰ ਲਹੇ, ਹੁਣ ਵਿਚਾਰ ਕਰ ਰਹੇ ਨੇ, ਪਰ ਪ੍ਰਸ਼ਨ ਹੀ ਇਸ ਤਰ੍ਹਾਂ ਦਾ ਕਰ ਦਿੱਤੇ ਗੁਰੂ ਕੇ ਸਿੱਖਾਂ ਨੇ, ਜਾਂ ਕਹਿ ਦੋ ਇਹਨਾਂ ਦੇ ਉਸ ਕਰਮ ਕਾਂਡ ਦੇ ਉੱਤੇ ਚੋਟ ਹੀ ਇਸ ਦਲੀਲ ਨਾਲ ਮਾਰ ਦਿੱਤੀ ਕਿ ਇਹਨਾਂ ਨੂੰ ਅੱਗੋਂ ਹੁਣ ਕੋਈ ਉੱਤਰ ਨਹੀਂ ਆ ਰਿਹਾ ਹੈ। ਹੁਤੋ ਪਾਠ ਕਾ ਨਾਮ ਤਿਲੋਕਾ, ਇਸੇ ਤਰ੍ਹਾਂ ਸਤਿਗੁਰਾਂ ਦੇ ਕੋਲ ਇੱਕ ਹੋਰ ਪਿਆਰਾ ਸਿੱਖ ਆਉਂਦਾ, ਹੁਤੋ ਪਾਠਿਕਾ ਨਾਮ ਤਿਲੋਕਾ। ਜਿਹੜਾ ਪਾਠੀ ਹੈ, ਗੁਰੂ ਕੀ ਬਾਣੀ ਦਾ ਪਾਠ ਕਰਨ ਵਾਲਾ ਪਾਠੀ ਸਿੰਘ ਹੈ, ਤੇ ਨਾਮ ਉਹਦਾ ਤਿਲੋਕਾ ਹੈ। ਤੋਤਾ ਮਹਿਤਾ ਜਿਸ ਮਨ ਰੋਕਾ, ਇੱਕ ਤੋਤਾ ਮਹਿਤਾ ਹੈ ਉਹਦੇ ਨਾਲ, ਜਿਸ ਦੀ ਆਪਣੀ ਅਵਸਥਾ ਇੰਨੀ ਕੁ ਹੋ ਚੁੱਕੀ ਹੈ ਕਿ ਉਹ ਆਪਣੇ ਮਨ ਨੂੰ ਰੋਕ ਲੈਂਦਾ ਸਿਮਰਨ ਸਾਧਨਾ ਕਰਦਿਆਂ। ਦਰਸ਼ਨ ਸੀ ਅਰਜਨ ਕੇ ਆਏ, ਗੁਰੂ ਕੇ ਪਿਆਰੇ ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਹਿਤ ਆਏ ਹਨ। ਪਦ ਸਮ ਪਦਮ ਸੀਸ ਨਿਵਾਏ, ਤੇ ਕਮਲਾਂ ਵਰਗੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਉੱਤੇ ਆਪਣੇ ਸੀਸ ਨਿਵਾਏ ਤੇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕੀਤੀ। ਹਾਥ ਜੋਰ ਮੁਖ ਬਾਕ ਉਚਾਰਾ, ਹੱਥ ਜੁੜੇ ਨੇ,
ਅੰਦਰਲੀ ਵੇਦਨਤਾ ਦੇ ਨਾਲ, ਅੰਦਰਲੇ ਤੜਫਦੇ ਹਿਰਦੇ ਦੇ ਨਾਲ ਤੇ ਪੁੱਛਣ ਵਾਲੀ ਜਿਗਿਆਸਾ, ਜਾਣਨ ਵਾਲੀ ਜਿਗਿਆਸਾ ਨੂੰ ਲੈ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਅੱਗੇ ਬੇਨਤੀ ਕਰਨ ਲੱਗੇ, ਸ੍ਰੀ ਸਤਿਗੁਰ ਉਪਦੇਸ਼ ਤੁਮਾਰਾ। ਕਿ ਐ ਸ਼੍ਰੀ ਸਤਿਗੁਰੂ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਜੀ ਦਾ ਜੋ ਪਾਵਨ ਉਪਦੇਸ਼ ਅਸਾਂ ਨੂੰ, ਸਾਡੇ ਵਰਗੇ ਲੱਖਾਂ ਕਰੋੜਾਂ ਸਿੱਖਾਂ ਨੂੰ ਤੇ ਆਉਣ ਵਾਲੀ ਸ੍ਰਿਸ਼ਟੀ ਅੰਦਰ ਬੇਅੰਤ ਸਿੱਖਾਂ ਦੇ ਵਾਸਤੇ ਜੋ ਆਪ ਜੀ ਨੇ ਉਪਦੇਸ਼ ਬਖਸ਼ਿਆ ਹੈ, ਰਾਮ ਨਾਮ ਸਿਮਰੋ ਲਿਵ ਲਾਈ। ਕਿ ਰਾਮ ਨਾਮ, ਉਹ ਕਿਹੜਾ ਰਾਮ ਨਾਮ? ਅਕਾਲ ਪੁਰਖ ਪਰਮੇਸ਼ਰ ਦਾ ਨਾਮ, ਉਹ ਵਾਹਿਗੁਰੂ ਨਾਮ, ਉਹਨੂੰ ਲਿਵ ਲਾ ਕਰਕੇ ਸੁਰਤੇ ਬਿਰਤੇ ਦੀ ਇਕਾਗਰਤਾ ਦੇ ਨਾਲ, ਮਨ ਦੀ ਇਕਾਗਰਤਾ ਦੇ ਨਾਲ ਸਿਮਰਿਆ ਕਰੋ। ਮਹਾਰਾਜ ਜੀ ਆਪ ਜੀ ਦਾ ਉਪਦੇਸ਼ ਸਾਨੂੰ, ਸਾਡੇ ਵਰਗੇ ਕਰੋੜਾਂ ਅਰਬਾਂ ਸਿੱਖਾਂ ਨੂੰ, ਆਉਣ ਵਾਲੀ ਸ੍ਰਿਸ਼ਟੀ ਦੇ ਅੰਦਰ ਬੇਅੰਤ ਸਿੱਖਾਂ ਵਾਸਤੇ ਆਪ ਜੀ ਦਾ ਇਹ ਉਪਦੇਸ਼ ਹੈ। ਇਸ ਤੇ ਨਹੀਂ ਨਰਕ ਮਹਿ ਜਾਈ। ਤੇ ਨਾਲ ਹੀ ਆਪ ਜੀ ਇਹ ਵੀ ਹੁਕਮ ਕਰਦੇ ਹੋ ਕਿ ਜੋ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੇਗਾ ਲਿਵ ਲਾ ਕਰਕੇ, ਸ਼ਰਤ ਵੀ ਆਪ ਜੀ ਦੀ ਕਿ ਲਿਵ ਲਾ ਕੇ। ਦੂਜਾ ਆਪ ਜੀ ਇਹ ਭਰੋਸਾ ਦਿੰਦੇ ਹੋ, ਬਚਨ ਵੀ ਕਰਦੇ ਹੋ ਕਿ ਜੋ ਇੰਜ ਸਿਮਰੇਗਾ ਉਹ ਨਰਕ ਦੇ ਵਿੱਚ ਨਹੀਂ ਜਾਵੇਗਾ। ਹਿਮ ਸੋਣਾ ਵਿਪਰ ਤਰਕ ਨਾ ਕਰੈ। ਮਹਾਰਾਜ ਇੱਕ ਦਿਨ ਅਸੀਂ ਆਪ ਜੀ ਦਾ ਇਹ ਉਪਦੇਸ਼ ਆਪਣੇ ਨਗਰ ਦੇ ਇੱਕ ਬ੍ਰਾਹਮਣ ਦੇ ਨਾਲ ਗੱਲ ਕਰਦਿਆਂ ਉਹਨੂੰ ਦੱਸਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ ਉਪਦੇਸ਼ ਦਿੱਤਾ। ਤੇ ਉਹ ਅੱਗੋਂ ਬ੍ਰਾਹਮਣ ਜਿਹੜੇ ਸਨ, ਉਹ ਪੰਡਿਤ ਜਿਹੜੇ ਸਨ, ਵਿਦਵਾਨ, ਉਹ ਤਰਕ ਨਾ ਕਰੈ, ਉਹ ਅੱਗੋਂ ਸੁਣ ਕੇ ਤਰਕ ਕਰਨ ਲੱਗੇ। ਉਹਨਾਂ ਇੱਕ ਸ਼ੰਕਾ ਉਠਾਇਆ, ਉਹਨਾਂ ਨੇ ਇੱਕ ਸਵਾਲ ਕੀਤਾ ਸਾਡੇ ਤੇ, ਜੇ ਸਿਮਰਨ ਤੇ ਨਰਕ ਨਾ ਪਰੈ। ਕਿ ਤੁਸੀਂ ਕਹਿੰਦੇ ਹੋ ਕਿ ਵਾਹਿਗੁਰੂ ਸ਼ਬਦ ਨੂੰ ਸਿਮਰਨ ਦੇ ਨਾਲ ਨਰਕ ਨਹੀਂ ਜਾਈਦਾ, ਨਰਕਾਂ ਤੋਂ ਬਚ ਜਾਈਦਾ। ਤੇ ਉਹਨਾਂ ਸਵਾਲ ਕੀਤਾ ਕਿ ਜੇ ਵਾਹਿਗੁਰੂ ਸਿਮਰਨ ਕਰਕੇ ਨਰਕ ਨਾ ਪਰੈ, ਨਰਕਾਂ ਵਿੱਚ ਨਹੀਂ ਜਾਈਦਾ, ਤਾਂ ਸਭ ਜਗ ਰਾਮ ਨਾਮ ਕੋ ਲੇਤ। ਤੇ ਫਿਰ ਤਾਂ ਭਾਈ ਸਾਰਾ ਸੰਸਾਰ ਹੀ ਰਾਮ ਨਾਮ ਲੈਂਦਾ, ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਰਾਮ ਨਾਮ ਨਹੀਂ ਲੈਂਦਾ। ਉਸ ਵਕਤ ਜ਼ਿਆਦਾ ਇਹ ਪ੍ਰਚਲਿਤ ਸੀ। ਸੋ ਅੱਜ ਵੱਖ-ਵੱਖ ਮਜ਼ਹਬ ਹਨ, ਕੋਈ ਐਸਾ ਸਿੱਖ ਨਹੀਂ ਹੋਏਗਾ ਜੋ ਦਿਨ ਵਿੱਚ ਕਿਤੇ ਇੱਕ ਦਫਾ ਵਾਹਿਗੁਰੂ ਨਾ ਕਹਿੰਦਾ ਹੋਵੇ। ਕੋਈ ਐਸਾ ਮੁਸਲਮਾਨ ਨਹੀਂ ਹੋਏਗਾ ਜੋ ਕਦੀ ਅੱਲਾ ਨਾ ਕਹਿੰਦਾ ਹੋਵੇ, ਖੁਦਾ ਨਾ ਕਹਿੰਦਾ ਹੋਵੇਗਾ। ਕੋਈ ਐਸਾ ਹਿੰਦੂ ਨਹੀਂ ਹੋਊ ਜੋ ਜ਼ਿੰਦਗੀ 'ਚ ਕਦੀ ਦਿਨ ਦੇ ਵਿੱਚ ਰਾਮ ਨਹੀਂ ਕਹਿੰਦਾ ਹੋਊ, ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਹੀਂ ਆਪਣੇ ਭਗਵਾਨ ਦਾ ਲੈਂਦਾ ਹੋਊ। ਸੋ ਕਹਿੰਦੇ ਉਹ ਸਾਡੇ ਤੇ ਸਵਾਲ ਕੀਤਾ ਉਹਨਾਂ ਨੇ ਕਿ ਇਸ ਤਰ੍ਹਾਂ ਤੇ ਫਿਰ ਸਾਰੀ ਦੁਨੀਆ ਹੀ ਰਾਮ ਨਾਮ ਲੈਂਦੀ ਹੈ, ਸਾਰੇ ਲੋਕ ਹੀ ਰਾਮ ਰਾਮ ਆਪਣੀ ਜ਼ੁਬਾਨ ਤੋਂ ਕਹਿੰਦੇ ਰਹਿੰਦੇ ਹਨ, ਕਿਉਂ ਪੁਨ ਨਰਕ ਪਾਏ ਕਰ ਦੇਤ। ਤੇ ਫਿਰ ਇਹਦਾ ਮਤਲਬ ਉਹ ਨਰਕਾਂ ਵਿੱਚ ਨਹੀਂ ਪੈਣਗੇ। ਇਹਦਾ ਮਤਲਬ ਫਿਰ ਕੋਈ ਵੀ ਇਸ ਧਰਤੀ ਦਾ ਮਨੁੱਖ ਜਿਹੜਾ ਹੈ ਉਹ ਨਰਕਾਂ ਵਿੱਚ ਨਹੀਂ ਜਾਵੇਗਾ। ਜੇ ਇਹ ਸੱਚ ਹੋਏ ਜਿਮ ਕਹੈ। ਜੇ ਤੁਸੀਂ ਜਿਵੇਂ ਕਹਿੰਦੇ ਹੋ ਤੁਸੀਂ ਵੀ ਇਸ ਤਰ੍ਹਾਂ ਜਪਣ ਦੇ ਨਾਲ ਨਰਕਾਂ ਤੋਂ ਬਚ ਜਾਈਦਾ ਹੈ, ਜੇ ਇੰਜ ਹੁੰਦਾ ਹੋਵੇ, ਤੁਹਾਡਾ ਕਿਹਾ ਹੋਇਆ ਸ਼ਬਦ ਸੱਚ ਹੁੰਦਾ ਹੋਵੇ, ਤਾਂ ਕਿਉਂ ਪ੍ਰਭ ਨਰਕ ਬਨਾਵਨ ਚਾਹੈ। ਫਿਰ ਉਹਨਾਂ ਦੀ ਸੋਚ ਜਾਂ ਉਹਨਾਂ ਦੇ ਗ੍ਰੰਥਾਂ ਮੁਤਾਬਕ ਜਾਂ ਉਹਨਾਂ ਦੇ ਸਿਧਾਂਤਾਂ ਉਪਦੇਸ਼ਾਂ ਮੁਤਾਬਕ ਸਾਨੂੰ ਕਹਿਣ ਲੱਗੇ, ਫਿਰ ਪਰਮੇਸ਼ਰ ਭਗਵਾਨ ਅਕਾਲ ਪੁਰਖ ਨੇ ਨਰਕ ਬਣਾਈ ਕਿਉਂ ਨੇ? ਜੇ ਸਾਰੇ ਸੰਸਾਰ ਨੇ ਰਾਮ ਨਾਮ ਜਪ ਕੇ ਮੁਕਤੀ ਹੋ ਜਾਣਾ ਹੈ, ਛੋਟੀ ਜਾਣਾ ਹੈ, ਤਾਂ ਫਿਰ ਪਰਮੇਸ਼ਰ ਨੇ ਇਹ ਬਣਾਏ ਹੀ ਕਿਉਂ ਹਨ? ਸਾਗਰੇ ਮੁਕਤ ਪਾਏ ਜਪ ਰਾਮ। ਜੇ ਸਾਰਿਆਂ ਨੇ ਜਪ ਰਾਮ, ਰਾਮ ਰਾਮ ਜਪ ਕੇ, ਪਰਮਾਤਮਾ ਦਾ ਨਾਮ ਜਪ ਕੇ ਸਾਰਿਆਂ ਨੇ ਮੁਕਤ ਹੋ ਜਾਣਾ ਹੈ, ਤਾਂ ਨਿਸਫਲ ਕਰੇ ਸੁਰਗ ਕੇ ਧਾਮ। ਫਿਰ ਤਾਂ ਪਰਮਾਤਮਾ ਨੇ ਸੁਰਗ ਕੇ ਧਾਮ, ਸਵਰਗ ਰੂਪੀ ਧਾਮ ਜਿਹੜਾ ਹੈ ਉਹ ਵੀ ਨਿਸ਼ਫਲ ਹੀ ਬਣਾਇਆ। ਫਿਰ ਉਹਦਾ ਕੰਮ ਤੇ ਕੋਈ ਨਹੀਂ, ਤੇ ਉਹਨੇ ਨਰਕ ਵੀ ਫਿਰ ਨਿਸ਼ਫਲ ਹੀ ਬਣਾਏ ਨੇ। ਇੰਜ ਤਾਂ ਪਰਮਾਤਮਾ ਨੂੰ ਇਹ ਦੋਵੇਂ ਨਹੀਂ ਸੀ ਸਾਜਣੇ ਚਾਹੀਦੇ। ਨਰਕ ਸੁਰਗ ਦੋਨੋਂ ਨਹੀਂ ਚਾਹੀਏ। ਤਾਂ ਦੋਨੋਂ ਹੀ ਨਹੀਂ ਚਾਹੀਦੇ ਸੀ, ਕਿਉਂਕਿ ਸਾਰਾ ਸੰਸਾਰ ਹੀ ਰਾਮ ਰਾਮ ਜਪਦਾ। ਸਾਡੇ ਕੋਲ ਲੱਖਾਂ ਲੋਕ ਆਉਂਦੇ ਨੇ ਤੇ ਅਸੀਂ ਰੋਜ਼ ਉਹਨਾਂ ਨੂੰ ਰਾਮ ਰਾਮ ਦਾ ਉਪਦੇਸ਼ ਦਿੰਦੇ ਹਾਂ, ਤੇ ਸਾਡੇ ਤੋਂ ਲੱਖਾਂ ਲੋਕ ਸੁਣ ਕੇ ਜਾਂਦੇ ਨੇ ਤੇ ਉਹ ਸਾਰੇ ਜਪਦੇ ਨੇ। ਤੇ ਮਹਾਰਾਜ ਉਹ ਸਾਨੂੰ ਇੰਝ ਸਵਾਲ ਕਰਦੇ ਪਏ ਬ੍ਰਾਹਮਣ ਕਿ ਅਸੀਂ ਲੱਖਾਂ ਲੋਕਾਂ ਨੂੰ ਉਪਦੇਸ਼ ਦਿੰਦੇ ਹਾਂ ਰੋਜ਼, ਸਾਰੇ ਹੀ ਜਪਦੇ ਨੇ। ਜੇ ਘਰੇ ਨਹੀਂ ਵੀ ਜਪਦੇ ਹੋਣਗੇ ਤਾਂ ਜਦੋਂ ਅਸੀਂ ਜਪਾਉਣੇ ਆ ਉਦੋਂ ਤੇ ਰਾਮ 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 ਕਹਿੰਦੇ ਹੀ ਨੇ,
ਤੇ ਫਿਰ ਤਾਂ ਸਾਰੀ ਦੁਨੀਆ ਤਰ ਜਾਏਗੀ, ਫਿਰ ਤਾਂ ਕੋਈ ਵੀ ਨਰਕ ਸਵਰਗ ਵਿੱਚ ਨਹੀਂ ਜਾਵੇਗਾ। ਜੇ ਸਿਮਰਨ ਤੇ ਮੁਕਤੀ ਲਹੀਐ, ਜੇ ਸਿਮਰਨ ਦੇ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੋਵੇ ਤਾਂ ਸੁਨ ਸਿਰੀ ਮੁਖ ਤੇ ਬਾਕ ਉਚਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਿੱਖਾਂ ਦਾ ਇਹ ਪ੍ਰਸ਼ਨ ਸੁਣਿਆ ਨਾ, ਪ੍ਰਸ਼ਨ ਗਹਿਰਾ ਸੀ, ਡੂੰਘਾ ਸੀ। ਸੋ ਗੁਰੂ ਅਰਜਨ ਦੇਵ ਮਹਾਰਾਜ ਬੜੇ ਠਰਮੇ ਦੇ ਨਾਲ, ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਜਿਵੇਂ ਸਮਝਾਈਦਾ ਹੈ, ਇੰਜ ਦਾਤਾਰ ਪਿਤਾ ਸਾਨੂੰ ਬੱਚਿਆਂ ਨੂੰ, ਆਪਣੇ ਪੁੱਤਰਾਂ ਨੂੰ, ਸਿੱਖਾਂ ਨੂੰ ਸਮਝਾਉਣ ਲੱਗੇ। ਨਿਸਚੈ ਰਾਮ ਜਪਤ ਹੈ ਸਾਰੇ। ਕਹਿੰਦੇ ਕੋਈ ਗੱਲ ਨਹੀਂ, ਉਹਨਾਂ ਦਾ ਕਹਿਣਾ ਠੀਕ ਹੈ, ਕਿਉਂਕਿ ਨਿਸ਼ਚੈ ਯਕੀਨਨ ਸਾਰਾ ਸੰਸਾਰ ਹੀ ਜਪਦਾ ਹੈ। ਕੋਈ ਐਸਾ ਮਨੁੱਖ ਨਹੀਂ ਜੋ ਸਾਰੇ ਦਿਨ ਵਿੱਚ ਰਾਮ ਨਾ ਕਹਿੰਦਾ ਹੋਵੇ। ਨਿਸ਼ਚੇ ਸਾਰੀ ਦੁਨੀਆ ਜਿਹੜੀ ਹੈ, ਬਹੁਮਤ ਦੁਨੀਆ ਦੀ ਜਿਹੜੀ ਹੈ, ਉਹ ਰਾਮ ਰਾਮ ਜਪਦੀ ਪਈ ਹੈ। ਨਹ ਪ੍ਰਤੀਤ ਅਰ ਮਨ ਨ ਇਕਾਗਰ। ਪਰ ਹੁਣ ਜਿਹੜੀ ਵਿਚਲੀ ਕੁੰਡੀ ਇਹ ਹੈ ਵੀ ਜਪਦੇ ਤੇ ਸਾਰੇ ਹੀ ਨੇ, ਪਰ ਨਹਿ ਪ੍ਰਤੀਤ, ਇੱਕ ਤਾਂ ਪ੍ਰਤੀਤ ਬਹੁਤ ਘੱਟ ਸਰੀਰਾਂ ਦੀ ਹੈ, ਦੂਜਾ ਮਨ ਨਾ ਇਕਾਗਰ, ਮਨ ਦੀ ਇਕਾਗਰਤਾ ਬਹੁਤ ਘੱਟ ਹੈ। ਜਿਹਨੂੰ ਭਗਤ ਕਬੀਰ ਜੀ ਇੱਕ ਵਚਨ ਕਹਿੰਦੇ ਨੇ, ਕਬੀਰ ਰਾਮ ਸਭੈ ਕਹੈ ਕਹਿਬੇ ਮਾਹੇ ਵਿਵੇਕ, ਕਿ ਰਾਮ ਰਾਮ ਤੇ ਸਾਰੀ ਦੁਨੀਆ ਜਪਦੀ ਪਈ ਹੈ। ਤੇ ਇੰਜ ਵੀ ਭਗਤ ਜੀ ਨੇ ਸ਼ਬਦ ਕਿਹਾ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਇੱਕ ਰਾਮ ਰਾਮ ਜਿਹੜਾ ਭਜਨ ਬੰਦਗੀ ਕਰਨ ਵਾਲਾ ਜਪਦਾ, ਤੇ ਸੋਈ ਕੌਤਕ ਹਾਰ ਇੱਕ ਰਾਸ ਧਾਰੀਆ ਵੀ ਜਪਦਾ ਹੈ। ਜਾਂ ਇੰਜ ਕਹਿ ਦਈਏ, ਕਈ ਦਫਾ ਤੁਸੀਂ ਕੋਈ ਚੀਜ਼ ਖਰੀਦਣ ਜਾਓ ਨਾ ਮੰਡੀ 'ਚ, ਉਹ ਵੇਚਣ ਵਾਲਾ ਵੀ ਕਹਿ ਦਿੰਦਾ ਹੁੰਦਾ ਜੀ ਪਰਮਾਤਮਾ ਦੀ ਕਸਮ ਲੱਗੇ, ਉਹ ਵੀ ਸਹੁੰ ਖਾ ਜਾਂਦਾ ਕਈ ਵਾਰ ਰਾਮ ਦੀ, ਉਹ ਕਈ ਵਾਰ ਭਗਵਾਨ ਦੀ ਸਹੁੰ ਖਾ ਜਾਂਦਾ ਵੀ ਚੀਜ਼ ਬਿਲਕੁਲ ਸਹੀ ਹੈ ਜੀ। ਹੁਣ ਉਹਨੇ ਚੀਜ਼ ਵੇਚਣੀ ਹੈ, ਉਹ ਵੀ ਜ਼ੁਬਾਨ ਵੀ ਤੇ ਰਾਮ ਰਾਮ ਕਹਿ ਹੀ ਰਹੀ ਹੁੰਦੀ ਹੈ। ਕੋਈ ਕੰਮ ਕਰਨ ਵਾਸਤੇ, ਕੰਮ ਨੂੰ ਤੋਰਨ ਵਾਸਤੇ ਜਪੀ ਜਾ ਰਿਹਾ ਹੈ, ਕੋਈ ਰਾਸ ਧਾਰੀਆ ਵੀ ਜਪਦਾ ਹੈ, ਨਾਟਕ ਖੇਡਣ ਵਾਲਾ, ਰਾਮ ਲੀਲਾ ਕਰਨ ਵਾਲੇ ਵੀ ਕਈ ਵਾਰ ਜਪਦੇ ਨੇ। ਸੋ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਵੀ ਜਪਦੇ ਸਾਰੇ ਹੀ ਨੇ, ਪਰ ਇਹ ਹੈ ਵੀ ਬਹੁਤ ਘੱਟ ਐਸੇ ਨੇ ਜਿਹੜੇ ਪ੍ਰਤੀਤ ਰੱਖ ਕੇ ਜਪਦੇ ਨੇ, ਫਿਰ ਉਸ ਤੋਂ ਘੱਟ ਐਸੇ ਨੇ ਜਿਹੜੇ ਮਨ ਦੀ ਇਕਾਗਰਤਾ ਨਾਲ ਜਪਦੇ ਹਨ। ਕਿਮ ਕਲਿਆਣਹ ਪਾਏ ਉਜਾਗਰ। ਤੇ ਹੁਣ ਜਿਹੜੇ ਸਿਰਫ ਪ੍ਰਤੀਤ ਤੋਂ ਵੀ ਪਰੇ ਨੇ, ਮਨ ਦੀ ਇਕਾਗਰਤਾ ਵੀ ਨਹੀਂ, ਸਿਰਫ ਕੌਤਕ ਹਾਰ ਵਾਲਾ ਜਪਦੇ ਪਏ ਨੇ, ਤੇ ਉਹ ਕਿਵੇਂ ਪਰਮਾਤਮਾ ਨੂੰ ਪ੍ਰਾਪਤ ਕਰ ਲੈਣਗੇ। ਕਹੋ ਦੀ ਜਨ ਸੰਗ ਇਹੋ ਬਿਰਤਾਂਤ। ਸਭ ਕਹਿੰਦੇ ਇੰਜ ਕਰਿਓ, ਬੜੇ ਪਿਆਰ ਦੇ ਨਾਲ ਨਾ ਦਿਜਨ ਸੰਗ, ਜਿਹੜੇ ਬ੍ਰਾਹਮਣ ਨੇ ਤੁਹਾਨੂੰ ਇਹ ਸਵਾਲ ਕੀਤਾ ਹੈ ਨਾ, ਉਹਨੂੰ ਬੜੇ ਪਿਆਰ ਦੇ ਨਾਲ ਇੱਕ ਪ੍ਰਸੰਗ ਸੁਣਾਇਓ, ਇੱਕ ਸਾਖੀ ਸੁਣਾਇਓ ਤੁਸੀਂ ਜਾ ਕਰਕੇ। ਰਾਖਸੀ ਗਾਹਿਓ ਮਰਦਾਨਾ ਜਾਤ। ਉਹ ਕੀ ਹੈ ਕਿ ਜਦੋਂ ਭਾਈ ਮਰਦਾਨੇ ਨੂੰ ਰਾਖਸ, ਕੌਡੇ ਰਾਖਸ਼ ਨੇ ਪਕੜਨਾ ਕੀਤਾ, ਤੇ ਇਤਿਹਾਸ ਦੇ ਵਿੱਚ ਆਪਾਂ ਬਚਨ ਪੜ੍ਹਦੇ ਕਿ ਜਦੋਂ ਫਿਰ ਕੌਡਾ ਰਾਖਸ਼ ਭਾਈ ਮਰਦਾਨੇ ਨੂੰ ਤਲਣ ਦੇ ਉੱਤੇ ਆ ਗਿਆ ਤਾਂ ਕਰਿਓ ਤੇਲ ਕੋ ਤਪਤਿ ਕਰਾਹ। ਉਸ ਵਕਤ ਭਾਈ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕੀਤਾ। ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਨ ਪਹੁੰਚੇ, ਪੁਕਾਰ ਸੁਣ ਕਰਕੇ, ਅਰਦਾਸ ਸੁਣ ਕਰਕੇ, ਫਿਰ ਨਾਲ ਲਏ ਦੀ ਲਾਜ ਸੀ। ਸੋ ਖੈਰ ਸਤਿਗੁਰਾਂ ਨੇ ਬੜੇ ਪਿਆਰ ਨਾਲ ਮਰਦਾਨੇ ਨੂੰ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਇਸ਼ਾਰਾ ਕੀਤਾ, ਉਹ ਗੁਰੂ ਕੇ ਸ਼ਬਦ ਨੂੰ ਜਪਣ ਲੱਗਾ। ਸੋ ਜਿਵੇਂ ਹੀ ਭਾਈ ਮਰਦਾਨੇ ਨੂੰ ਉਸ ਤਪ ਦੇ ਕੜਾਹੇ ਦੇ ਵਿੱਚ ਕੌਡੇ ਰਾਖਸ਼ ਨੇ ਪਾਇਆ, ਤਾਂ ਆਪਾਂ ਸਾਰੇ ਇਤਿਹਾਸ ਸਰਵਣ ਕੀਤੇ ਹਨ, ਸਾਰੇ ਇਤਿਹਾਸ ਨੂੰ ਜਾਣਦੇ ਹਾਂ। ਉਹ ਤਪਦਾ ਹੋਇਆ ਕੜਾਹਾ ਜਿਹੜਾ ਬਿਲਕੁਲ ਠੰਡਾ ਹੋ ਗਿਆ। ਭਾਈ ਮਰਦਾਨੇ ਦੀ ਸਕਿਨ ਨੂੰ, ਚਮੜੀ ਨੂੰ ਸਾੜਨਾ ਤੇ ਬੜੀ ਦੂਰ ਦੀ ਗੱਲ ਸੀ, ਇੱਕ ਰੋਮ ਤੱਕ ਜਿਹੜਾ ਸੀ ਸਰੀਰ ਦਾ, ਉਹ ਵੀ ਉਹ ਤਪਦਾ ਕੜਾਇਆ ਨਾ ਸਾੜ ਸਕਿਆ। ਸੋ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਹ ਇਤਿਹਾਸ ਦੀ ਸਾਖੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਦੀ ਇਹ ਘਟਨਾ ਦੱਸਿਓ ਕਿ ਜਦੋਂ ਭਾਈ ਮਰਦਾਨੇ ਨੂੰ ਕੌਡੇ ਰਾਖਸ਼ ਨੇ ਕੜਾਹੇ ਦੇ ਵਿੱਚ ਪਾਇਆ ਤੇ ਉਹ ਕੜਾਹਾ ਬਿਲਕੁਲ ਠੰਡਾ ਠਾਰ ਹੋ ਗਿਆ। ਕਰਿਓ ਤੇਲ ਕੋ ਤਪਤ ਕਰਾਹ। ਜਦੋਂ ਉਹਨੇ ਕੜਾਹਾ ਜਿਹੜਾ ਸੀ ਕਰਿਓ, ਬਹੁਤ ਤੇਲ ਨੂੰ ਤਪਾ ਲੈਣਾ ਕੀਤਾ, ਤਾਂ ਤਿਸ ਮੈਂ ਕੋਡੇ ਪਾਵਨ ਛਾਹ। ਉਸ ਵਕਤ ਜਦੋਂ ਕੌਡੇ ਨੇ ਭਾਈ ਮਰਦਾਨੇ ਨੂੰ ਪਾਉਣਾ ਚਾਹਿਆ ਤਾਂ ਸ੍ਰੀ ਨਾਨਕ ਉਪਦੇਸਿਓ ਨਾਮ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਭਾਈ ਮਰਦਾਨੇ ਨੂੰ ਨਾਮ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸਿਮਰਿਓ ਮਰਦਾਨੇ ਸੁਖ ਧਾਮ। ਤੇ ਉਸ ਵਕਤ ਭਾਈ ਮਰਦਾਨੇ ਨੇ ਫਿਰ ਸਿਮਰਿਆ, ਜਪਿਆ ਜੋ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਤੇ ਸੁਖਾਂ ਦੇ ਧਾਮ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ, ਸੁਖਾਂ ਦੇ ਘਰ ਵਾਲੇ ਉਸ ਉਪਦੇਸ਼ ਨੂੰ ਅੰਦਰ ਵਸਾਇਆ। ਤਤ ਛਿਨ ਸੀਤਲ ਪਇਓ ਕਰਾਹ। ਤਤ ਛਿਨ
ਕੋਈ ਦੇਰੀ ਨਹੀਂ ਲੱਗੀ, ਕੋਈ ਘੰਟੇ ਨਹੀਂ ਲੱਗੇ, ਉੱਥੇ ਕੋਈ ਮਿੰਟ ਨਹੀਂ ਲੱਗੇ, ਸਕਿੰਟਾਂ ਦੀ ਖੇਡ ਵਰਤੀ। ਉਹ ਉਬਲਦਾ ਹੋਇਆ ਕੜਾਹਾ ਜਿਹੜਾ ਬਿਲਕੁਲ ਠੰਡਾ ਠਾਰ ਹੋ ਗਿਆ। ਨਾਮ ਪ੍ਰਤਾਪ ਵਿਦਤ ਜਗ ਮਾਹਾ। ਤੇ ਸਾਹਿਬ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਨਾਮ ਦਾ ਪ੍ਰਤਾਪ ਜਿਹੜਾ ਉਹ ਪ੍ਰਗਟ ਹੋਇਆ ਉਸ ਦਿਨ। ਬੇਅੰਤ ਇਤਿਹਾਸ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੀਵਨ 'ਚ ਅਗਾਂਹ ਵੀ ਆਪ ਜੀ ਐਸੇ ਸਿੱਖਾਂ ਦੀਆਂ ਦਾਸਤਾਨਾਂ ਸਰਵਣ ਕਰੋਗੇ। ਸੋ ਖੈਰ ਸਾਹਿਬ ਕਹਿੰਦੇ ਪ੍ਰਤੱਖ ਰੂਪ ਅੰਦਰ ਅੱਜ ਵੀ ਜਗ ਜ਼ਾਹਰ ਹੈ ਇਹ ਘਟਨਾ ਕਿ ਇਹ ਤਪਦਾ ਹੋਇਆ ਕੜਾਹਾ ਜਿਹੜਾ ਠੰਡਾ ਠਾਰ ਹੋਇਆ। ਕਹੋ ਦਿਜਣ ਸੋ ਅਬ ਕੇ ਜਾਏ। ਸਾਹਿਬ ਕਹਿੰਦੇ ਹੁਣ ਇੰਜ ਕਰਿਓ, ਜਾ ਕੇ ਉਸ ਦਿਜਨ ਸੰਗ ਉਸ ਬ੍ਰਾਹਮਣ ਨੂੰ ਜਾ ਕੇ ਸਾਡੇ ਵੱਲੋਂ ਇੰਜ ਬੇਨਤੀ ਰੂਪ ਵਿੱਚ ਕਿਹੋ, ਜੇ ਤੁਮ ਸਿਮਰਿਓ RAM ਬਨਾਏ। ਜੇ ਤੁਸੀਂ ਕਹਿੰਦੇ ਹੋ ਕਿ ਇੰਜ ਸਿਮਰਨਾ ਹੈ ਤੇ ਤੁਸੀਂ ਕਹਿੰਦੇ ਹੋ ਵੀ ਸਿਮਰਿਆਂ ਮੁਕਤੀ ਨਹੀਂ ਮਿਲਦੀ, ਤਾਂ ਸਾਹਿਬ ਕਹਿੰਦੇ ਸਿਰਫ ਬਣਾ ਕਰਕੇ ਜੇ ਤੁਸੀਂ ਸਿਮਰਦੇ ਪਏ ਹੋ ਤਾਂ ਕਰਹੁ ਤਪਾਵਨ ਤੇਲੀ ਕਰਾਹਾ। ਤੇ ਸਾਹਿਬ ਕਹਿੰਦੇ ਉਹਨਾਂ ਨੂੰ ਸਾਡੇ ਵੱਲੋਂ ਸੁਨੇਹਾ ਲਾ ਦਿਓ ਵੀ ਤੇਲ ਦਾ ਕੜਾਹਾ ਜਿਹੜਾ ਉਹ ਤਪਾਇਆ ਜਾਵੇਗਾ। ਤੇਲ ਜਦੋਂ ਐਨ ਉਬਾਲੇ ਖਾਣ ਲੱਗ ਪਵੇਗਾ ਤਾਂ ਹਮ ਤੁਮ ਪਾਵਹਿ ਕਰਤੀ ਸਮਾਹ। ਹਮ ਤੁਮ ਭਾਵ ਇੱਕ ਅਸੀਂ। ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਬਾਤ ਕਰਦਿਆਂ ਕਹਿੰਦੇ ਸਾਡਾ ਸੁਨੇਹਾ ਪਹੁੰਚਾਇਓ ਉਹਨਾਂ ਨੂੰ ਕਿ ਹਮ ਤੁਮ ਪੰਡਤ ਜੀ, ਇੱਕ ਤੁਸੀਂ ਹੋਵੋਗੇ, ਇੱਕ ਅਸੀਂ ਹੋਵਾਂਗੇ। ਕੜਾਇਆ ਤੇਲ ਦਾ ਐਨ ਚੰਗੇ ਤਰੀਕੇ ਨਾਲ ਉਹਨੂੰ ਤਪਾ ਕੇ ਆਪਾਂ ਦੋਵੇਂ ਉਹਦੇ ਵਿੱਚ ਹੱਥ ਪਾਵਾਂਗੇ। ਇੱਕ ਸਮ ਸਭਿਨ RAM ਕੋ ਸਿਮਰਨ। ਕਿਉਂਕਿ ਤੁਸੀਂ ਵੀ ਪਰਮਾਤਮਾ ਦਾ ਸਿਮਰਨ ਕਰਦੇ ਹੋ, ਅਸੀਂ ਵੀ ਅਕਾਲ ਪੁਰਖ ਦਾ ਸਿਮਰਨ ਕਰਦੇ ਆ। ਸ਼ਬਦਾਂ ਦਾ ਭੇਦ ਹੋ ਸਕਦਾ, ਤੁਸੀਂ ਰਾਮ ਰਾਮ ਕਹਿੰਦੇ ਹੋ, ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ, ਪਰ ਨਾਮ ਤੇ ਅਕਾਲ ਪੁਰਖ ਪਰਮੇਸ਼ਰ ਦਾ ਹੀ ਜਪ ਰਹੇ ਆ। ਸੋ ਹੱਥ ਪਾਵਾਂਗੇ ਦੋਵੇਂ, ਤੁਸੀਂ ਵੀ ਪਰਮੇਸ਼ਰ ਦਾ ਨਾਮ ਜਪਿਓ, ਅਸੀਂ ਵੀ ਜਪਣਾ ਕਰਾਂਗੇ। ਤੋ ਅਬ ਮਿਲ ਕੇ ਕੀ ਜਹ ਪਰਖਨ। ਤੇ ਆਪਾਂ ਮਿਲ ਕੇ ਪਰਖਣਾ ਕਰ ਲਵਾਂਗੇ, ਪ੍ਰੈਕਟੀਕਲੀ ਲੋਕਾਂ ਨੂੰ ਦਿਖਾ ਦੇਵਾਂਗੇ। ਜੋ ਤੁਸੀਂ ਕਹਿੰਦੇ ਹੋ ਨਾ ਜਪਦਿਆਂ ਮੁਕਤੀ ਥੋੜੀ ਮਿਲ ਜਾਂਦੀ ਹੈ, ਸਭ ਕਹਿੰਦੇ ਪ੍ਰੈਕਟੀਕਲੀ ਤੌਰ ਤੇ ਵਿਖਾਵਾਂਗੇ। ਜਗ ਤ੍ਰਿਸ਼ਨਾ ਮਹਿ ਤਪਤ ਕਰਾਹੇ। ਇਸ਼ਾਰਾ ਸਤਿਗੁਰਾਂ ਦਾ ਇਹ ਸੀ ਜੋ ਭਗਤ ਕਬੀਰ ਜੀ ਦੇ ਵੀ ਬਚਨ ਨੇ ਵੀ ਇੱਕ ਸੁਰਤੀ ਦੀ ਇਕਾਗਰਤਾ ਨਾਲ ਜਪਦਾ, ਇੱਕ ਕੌਤਕ ਹਾਰ ਵਾਲਾ ਜਪਦਾ। ਸੋ ਸਾਹਿਬ ਕਹਿੰਦੇ ਅਸੀਂ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜਾ ਵਾਹਿਗੁਰੂ ਸਿਮਰਨ ਨੂੰ ਲਿਵ ਲਾ ਕੇ ਜਪੇਗਾ ਉਹ ਇਹਨਾਂ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਹੋਏਗਾ। ਹੁਣ ਇੱਕ ਸਾਡੇ ਵਰਗਾ ਸਿਰਫ ਡਿਊਟੀ ਨਿਭਾਉਂਦਿਆਂ ਜਾਂ ਸੰਸਾਰ ਦੇ ਸਾਹਮਣੇ ਜਪਦਾ ਪਿਆ, ਉਹਦੀ ਬਾਤ ਅਲੱਗ ਹੋ ਜਾਏਗੀ। ਸਤਿਗੁਰਾਂ ਨੇ ਕਿਹਾ ਜੋ ਤੁਸੀਂ ਕਹਿ ਰਹੇ ਹੋ ਨਾ ਕਿ ਸਾਰੇ ਹੀ ਪਾਰ ਹੋ ਜਾਣਗੇ, ਨਹੀਂ, ਜਿਹੜੇ ਸੁਰਤੀ ਦੀ ਇਕਾਗਰਤਾ ਨਾਲ, ਬਿਰਤੀ ਦੀ ਇਕਾਗਰਤਾ ਨਾਲ, ਲਿਵ ਜੋੜ ਕਰਕੇ ਮਨ ਦੀ ਇਕਾਗਰਤਾ ਨਾਲ ਜਪਣਗੇ ਉਹਨਾਂ ਦਾ ਵਾਲ ਵੀ ਬੰਕਾ ਨਹੀਂ ਹੋਏਗਾ। ਭਾਈ ਮਰਦਾਨਾ ਜੀ ਦੀ ਤਾਂ ਦਲੀਲ ਦਿੱਤੀ ਵੀ ਉਹਨੇ ਜਦੋਂ ਜਪਿਆ ਗੁਰੂ ਕੇ ਪਿਆਰੇ ਨੇ ਤਾਂ ਐਨ ਭਰੋਸੇ ਦੇ ਨਾਲ, ਪੂਰੇ ਯਕੀਨ ਨਾਲ, ਪੂਰੀ ਅੰਦਰ ਦੀ ਇਕਾਗਰਤਾ ਨਾਲ ਜਪਿਆ ਤੇ ਤਪ ਦਾ ਕੜਾਹਾ ਠੰਡਾ ਹੋ ਗਿਆ। ਸੋ ਸਾਹਿਬ ਕਹਿੰਦੇ ਇੰਜ ਉਹਨਾਂ ਨੂੰ ਸਮਝਾਇਓ, ਦੱਸਿਓ ਤੇ ਫਿਰ ਉਹਨਾਂ ਦੇ ਗੱਲ ਖਾਨੇ ਪੈ ਜਾਏਗੀ। ਨਾਲ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਉਹ ਕੜਾਹਾ ਤਪਦਾ ਹੈ, ਇਸੇ ਤਰ੍ਹਾਂ ਇਹ ਸਾਰਾ ਸੰਸਾਰ ਤਪਦਾ ਪਿਆ ਹੈ। ਦਹੀਅਤ ਨਿਤ ਨਹਿ ਨਿਕਸਨ ਪਾਹੇ। ਇਹਦੇ ਚ ਬੜੇ ਲੋਕ ਜਿਹੜੇ ਲੱਖਾਂ ਅਰਬਾਂ ਦੀ ਗਿਣਤੀ ਵਿੱਚ ਸੜ ਰਹੇ ਨੇ ਇਹਨਾਂ ਕੜਾਹਿਆਂ ਦੇ ਵਿੱਚ, ਪਰ ਦਿਸਦੇ ਨਹੀਂ ਪਏ। ਕਿਉਂ? ਕਿਉਂਕਿ ਇੱਕ ਤਾਂ ਇਹ ਹੈ ਵੀ ਇਹ ਦੇਖਣ ਵਾਲੀ ਅੱਖ ਚਾਹੀਦੀ ਕੌਣ ਸੜਦਾ ਕੌਣ ਨਹੀਂ। ਦੂਜਾ ਇਹ ਹੈ ਕਿ ਸੜ ਕੇ ਜਦੋਂ ਪਹਿਲੀ ਦਫਾ ਕੋਈ ਚੀਜ਼ ਤੁਸੀਂ ਕਿਸੇ ਤਪਦੇ ਤੇਲ 'ਚ ਸੁੱਟੋਗੇ ਨਾ ਕਿਸੇ ਚੀਜ਼ ਨੂੰ, ਇੱਕ ਵਾਰ ਉਹ ਬੜੀ ਸ਼ਰ ਕਰਦੀ, ਜਦੋਂ ਥੋੜਾ ਸਮਾਂ ਉਹਨੂੰ ਵਿੱਚ ਪਿਆ ਹੋ ਜਾਂਦਾ ਨਾ ਫਿਰ ਉਹ ਚੰਗਿਆੜੀਆਂ ਆਵਾਜ਼ਾਂ ਕੱਢਣੋਂ ਹਟ ਜਾਂਦੀ ਹੁੰਦੀ ਹੈ। ਬਸ ਇਹੀ ਹੈ, ਜਦੋਂ ਪਹਿਲੀ ਵਾਰ ਸੰਸਾਰ ਦੀਆਂ ਵਾਸ਼ਨਾਵਾਂ ਦੇ ਵਿੱਚ ਤੜਫਣੇ ਸ਼ੁਰੂ ਹੋਏ ਨਾ, ਆਪਾਂ ਸੜਨੇ ਸ਼ੁਰੂ ਹੋਏ, ਹਰ ਬੰਦੇ ਨੇ ਚੀਕਾਂ ਮਾਰ ਗਿਆ। ਸੰਸਾਰ ਤੇ ਜਦੋਂ ਆਏ ਆ ਹਰ ਬੰਦਾ ਹੀ ਰੋਇਆ, ਪਰ ਸਹਿਜੇ ਹਾਲ ਇਹ ਹੋ ਗਿਆ ਵੀ ਹੁਣ ਤਪਦੇ ਤੇ ਪਏ ਆ, ਤੇਲ 'ਚ ਉਬਲਦੇ ਤੇ ਪਏ ਆ, ਪਰ ਬਾਡੀ ਜਿਹੜੀ ਇੰਨੀ ਕੁ ਡੈਡ ਹੋ ਚੁੱਕੀ ਹੈ, ਮਨ ਇੰਨਾ ਕੁ ਡੈਡ ਹੋ ਚੁੱਕਿਆ, ਹੁਣ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਸੜਦੇ ਪਏ ਆ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੰਜ ਸਾਰਾ ਸੰਸਾਰ ਸੜਦਾ ਬਲਦਾ ਪਿਆ ਹੈ। ਗੁਰਮੁਖ ਕੋ ਗੁਰ ਬਖਸ਼ਹਿ ਨਾ। ਪਰ ਜਦੋਂ ਜਿਹੜਾ ਗੁਰਮੁਖ ਹੈ, ਗੁਰੂ ਕੇ ਪਿਆਰ ਵਾਲਾ ਹੈ, ਉਹਨੂੰ ਜਦੋਂ ਪੂਰਾ ਗੁਰੂ ਨਾਮ ਬਖਸ਼ ਦਿੰਦਾ ਹੈ, ਹਰ ਤ੍ਰਿਸ਼ਨਾ ਮਨ ਲਹਿ ਬਿਸਰਾਮ। ਉਹ ਫਿਰ ਨਾਮ ਜਿਹੜਾ ਹੈ ਨਾ, ਜਦੋਂ ਸਿੱਖ ਕਮਾਈ ਕਰਦਾ, ਹਰ ਤ੍ਰਿਸ਼ਨਾ, ਉਹਦੀ ਤ੍ਰਿਸ਼ਨਾ ਜਿਹੜੀ ਉਹਨੂੰ ਹਰ ਲੈਂਦਾ
ਤੇ ਫਿਰ ਉਹਦੇ ਮਨ ਨੂੰ ਇਕਾਗਰਤਾ ਮਿਲਦੀ ਹੈ। ਸੁਨ ਕਰ ਸ੍ਰੀ ਗੁਰ ਤੇ ਸੋ ਗਏ। ਇੰਜ ਗੁਰੂ ਅਰਜਨ ਦੇਵ ਮਹਾਰਾਜ ਤੋਂ ਇਹ ਉਪਦੇਸ਼ ਸੁਣ ਕੇ ਇਹ ਪਿਆਰੇ ਸਿੱਖ ਜਿਹੜੇ ਸਨ ਇਹ ਚਲੇ ਗਏ ਹਨ। ਪੰਡਤ ਬ੍ਰਿੰਦ ਮਿਲਤ ਜਬ ਭਏ। ਫਿਰ ਜਦੋਂ ਉਹ ਪੰਡਤਾਂ ਉਹ ਬ੍ਰਾਹਮਣਾਂ ਦਾ ਸਮੂਹ ਫਿਰ ਆਪਣੇ ਸੁਭਾਅ ਮੁਤਾਬਕ ਮਿਲਿਆ, ਕਿਉਂਕਿ ਉਹਨਾਂ ਦੇ ਮਿਲਣ ਦਾ ਕਾਰਨ ਇਹ ਹੁੰਦਾ ਸੀ ਕਿ ਇਹਨਾਂ ਨੂੰ ਮਿਲੀਏ, ਮਿਲ ਕੇ ਕੋਈ ਨਾ ਕੋਈ ਸ਼ੰਕਾ ਕਰੀਏ, ਇਹਨਾਂ ਤੇ ਕੋਈ ਉਂਗਲ ਚੁੱਕੀਏ, ਕੋਈ ਪੁੱਠਾ ਸਿੱਧਾ ਸਵਾਲ ਕਰੀਏ। ਬਸ ਫਰਕ ਗੁਰਮੁਖੋ ਇੰਨਾ ਕੁ ਹੈ, ਮਾਫ ਕਰਿਓ, ਉਦੋਂ ਉਹ ਲੋਕ ਸਾਡੇ ਤੇ ਸਵਾਲ ਕਰਿਆ ਕਰਦੇ ਸੀ। ਪਿੰਡਾਂ ਦੇ ਵਿੱਚ ਬਹੁਤ ਘੱਟ ਸਿੱਖ ਪਰਿਵਾਰ ਹੋਣੇ, ਜ਼ਿਆਦਾ ਪਰਿਵਾਰ ਹਿੰਦੂ ਹੋਣੇ, ਤਾਂ ਉਹਨਾਂ ਨੇ ਜਦੋਂ ਸਿੱਖ ਮਿਲਣਾ ਕੋਈ ਪੁੱਠਾ ਸਿੱਧਾ ਸਵਾਲ ਕਰ ਦੇਣਾ। ਹੁਣ ਸ਼ਾਇਦ ਮੈਨੂੰ ਲੱਗਦਾ ਵੀ ਉਹ ਲੋਕ ਤੇ ਸਾਡੇ ਤੇ ਸਵਾਲ ਕਰਨੋਂ ਹਟ ਗਏ ਆ, ਹੁਣ ਸਾਡੇ ਵਾਲੇ ਨਹੀਂ ਟਿਕਦੇ ਪਏ। ਬਸ ਫਰਕ ਇੰਨਾ ਕੁ ਹੋ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਨਾਂ ਨੂੰ ਸਮਝ ਆ ਗਈ, ਉਹ ਕਿਤੇ ਕਿਤੇ ਚੁੱਪ ਹੋ ਗਏ ਨੇ। ਚਲੋ ਕੋਈ ਇੱਕ ਅੱਧਾ ਬੇਵਕੂਫ ਹੋਵੇ ਉਹਦੀ ਗੱਲ ਵੱਖਰੀ ਹੈ, ਪਰ ਹੁਣ ਸਾਡੇ ਵਾਲਿਆਂ ਦੀ ਬਹੁਤਾਤ ਜ਼ਿਆਦਾ ਹੋ ਚੁੱਕੀ ਹੈ ਤੇ ਸਵਾਲ ਇੰਨੇ ਕੁ ਹੋ ਚੁੱਕੇ ਹੈ ਵੀ ਜਵਾਬ ਤੇ ਲੱਭਣੇ ਗੱਲ ਦੂਰ ਦੀ, ਸਵਾਲ ਹੀ ਗਿਣ ਲਈਏ ਨਾ ਕਿੰਨੇ ਹੈ ਤੇ ਮੈਂ ਕਹਿੰਦਾ ਉਮਰ ਲੰਘ ਜੇਗੀ, ਇੰਨੇ ਸਵਾਲ ਖੜੇ ਕੀਤੇ ਪਏ ਨੇ। ਸੋ ਖੈਰ ਉਸ ਵਕਤ ਉਹਨਾਂ ਦਾ ਸੁਭਾਅ ਸੀ ਕਿ ਸਿੱਖ ਮਿਲੇ ਤੇ ਇਹਨੂੰ ਕੋਈ ਸਵਾਲ ਕਰੀਏ ਵੀ ਤੁਹਾਡੇ ਧਰਮ 'ਚ ਇੰਝ ਹੈ, ਤੁਹਾਡੇ ਧਰਮ 'ਚ ਉਹ ਹੈ। ਸੋ ਇਸੇ ਤਾਕ ਦੇ ਅੰਦਰ ਉਹ ਫਿਰ ਮਿਲੇ ਨੇ ਤੇ ਗੁਰੂ ਕੇ ਸਿੱਖਾਂ ਨੂੰ ਸਵਾਲ ਕਰ ਦਿੱਤੇ। ਸਕਲ ਪ੍ਰਸੰਗ ਸੁਨਾਇਓ ਜਬੈ। ਗੁਰੂ ਕੇ ਸਿੱਖਾਂ ਨੇ ਗੁਰੂ ਕਾ ਭਰੋਸਾ ਲੈ ਕੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਸਮਝਾਇਆ, ਸਿਖਾਇਆ, ਦੱਸਿਆ, ਉਹ ਸਾਰਾ ਪ੍ਰਸੰਗ ਸੁਣਾ ਦਿੱਤਾ। ਸੰਕ ਮਾਨ ਦਿਜ ਹਵੈ ਕਰਤਬੈ। ਤੇ ਹੁਣ ਸਿੱਖ ਜਦੋਂ ਸਿੱਖਾਂ ਨੇ ਸੁਣਾਇਆ ਭਾਈ ਮਰਦਾਨੇ ਦਾ ਪ੍ਰਸੰਗ, ਫਿਰ ਹੁਣ ਦਿਜ ਜਿਹੜੇ ਸਨ ਬਿਲਕੁਲ ਨਿਰ ਉਤਰ ਹੋ ਗਏ। ਸੰਗ ਮਾਨ ਉਹਨਾਂ ਨੂੰ ਸੰਗ ਆਉਣ ਲੱਗੀ, ਜਾਂ ਸ਼ੰਕ ਮਾਨ ਦੇ ਜੋ ਹਵੈ ਕਰਤਬੈ, ਸ਼ੰਕ ਮਾਨ ਹੋਏ, ਸ਼ੰਕੇ ਸਹਿਤ ਹੋਏ ਸਨ। ਤਾਂ ਪੂਰੇ ਭਏ ਹੱਥ ਨਹਿ ਘਾਲਾ। ਜਿਹੜੇ ਬੜੇ ਸ਼ੰਕੇ ਕਰਦੇ ਪਏ ਸੀ ਨਾ, ਹੁਣ ਜਦੋਂ ਦਲੀਲ ਹੀ ਐਸੀ ਦੇ ਦਿੱਤੀ ਭਾਈ ਮਰਦਾਨੇ ਦੀ ਸਾਖੀ ਵਾਲੀ, ਤਾਂ ਕੂਰੇ ਪਏ, ਝੂਠੇ ਪੈ ਗਏ ਉਹ ਪੰਡਤ, ਉਹ ਬ੍ਰਾਹਮਣ। ਤੇ ਹੁਣ ਉਹਨਾਂ ਨੂੰ ਕੋਈ ਸਵਾਲ ਨਹੀਂ ਆ ਰਿਹਾ, ਉਹਨਾਂ ਦੀ ਘਾਲ, ਉਹਨਾਂ ਦੇ ਹੱਥ ਕੁਝ ਨਹੀਂ ਆ ਰਿਹਾ। ਘਾਲ ਸਵਾਲ ਵਿਅਰਥ ਚਲੇ ਗਏ। ਇਮ ਸਤਿਗੁਰੂ ਪ੍ਰਤਾਪ ਵਿਸਾਲਾ। ਇੰਜ ਸਤਿਗੁਰਾਂ ਦਾ ਮਹਾਨ ਵਿਸ਼ਾਲ ਪ੍ਰਤਾਪ ਹੈ। ਤਰਕ ਕਰਨ ਤੇ ਕੀਨ ਸਮੋਨ। ਇਸ ਤਰ੍ਹਾਂ ਜਿਹੜੇ ਤਰਕ ਕਰਨ ਵਾਲੇ ਲੋਕ ਸੀ ਨਾ, ਗੁਰੂ ਕੇ ਪ੍ਰਤਾਪ ਦੇ ਸਦਕਾ ਉਹ ਚੁੱਪ ਹੋ ਗਏ। ਸਿੱਖਾਂ ਨੇ ਜਾ ਕਰਕੇ ਗੁਰੂ ਕਾ ਸ਼ਬਦ ਸੁਨਾਇਆ, ਗੁਰੂ ਕੀ ਦਿੱਤੀ ਹੋਈ ਸਿੱਖਿਆ ਸੁਣਾਈ, ਪ੍ਰਤਾਪ ਗੁਰੂ ਕਾ ਵਰਤਿਆ। ਤੇ ਯਾਦ ਰੱਖੀਏ, ਕਦੀ ਵੀ ਅਸੀਂ ਇਸ ਗੱਲ ਦਾ ਦਾਅਵਾ ਨਾ ਕਰਿਆ ਕਰੀਏ, ਖਾਸ ਕਰਕੇ ਸਾਡੀ ਲਾਈਨ ਤੇ ਤੁਰਨ ਵਾਲੇ ਜਿਹੜੇ ਹਾਂ, ਜਿਤਨੇ ਵੀ ਦੂਰ ਦੁਨੀਆ ਵਿੱਚ ਸੁਣ ਰਹੇ, ਕਦੀ ਵੀ ਦਾਅਵਾ ਨਾ ਕਰਿਆ ਕਰੀਏ ਵੀ ਅਸੀਂ ਇੰਜ ਸੁਣਾ ਦਿੱਤਾ ਤੇ ਆ ਹੋ ਗਿਆ। ਗੁਰਮੁਖੋ, ਆਪਾਂ ਵਰਤਾਵੇਂ ਆ ਗੁਰੂ ਨਾਨਕ ਦੇ ਘਰ ਦੇ। ਜਿਸ ਤਰ੍ਹਾਂ ਪ੍ਰਸ਼ਾਦ ਵਰਤਦਾ ਨਾ, ਪੰਚਾਮ੍ਰਿਤ ਕੜਾ ਪ੍ਰਸ਼ਾਦ, ਉਹ ਹੁੰਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ, ਪਰ ਵਰਤਾਵਾ ਆਪਣੇ ਹੱਥ 'ਚ ਬਾਟਾ ਲੈਂਦਾ ਤੇ ਸਾਰੀ ਸੰਗਤ ਨੂੰ ਵਰਤਾ ਕੇ ਵਾਪਿਸ ਆ ਜਾਂਦਾ। ਆਪਾਂ ਵਰਤਾਵੇਂ ਆ ਗੁਰੂ ਨਾਨਕ ਦੇ ਘਰ ਦੇ। ਗੁਰੂ ਕਾ ਸ਼ਬਦ ਇਹਨਾਂ ਸਰੀਰਾਂ ਦੇ ਭਾਂਡਿਆਂ 'ਚ ਪਾਉਂਦੇ ਆ ਤੇ ਵਰਤਾ ਕਰਕੇ ਫਿਰ ਵਾਪਿਸ ਆ ਜਾਂਦੇ ਆ। ਵਰਤਾਵਾ ਕਦੀ ਨਹੀਂ ਕਹਿ ਸਕਦਾ ਕੜਾ ਪ੍ਰਸ਼ਾਦ ਮੇਰਾ ਹੈ, ਕੜਾ ਪ੍ਰਸ਼ਾਦ ਗੁਰੂ ਕਾ, ਉਹਨੇ ਸਿਰਫ ਵਰਤਾਉਣਾ ਹੈ। ਸੋ ਇੰਜ ਗੁਰੂ ਕੇ ਸਿੱਖ ਗੁਰੂ ਕੇ ਦਿੱਤੇ ਹੋਏ ਬਚਨ, ਗੁਰੂ ਕੀ ਸਿੱਖਿਆ ਨੂੰ ਲੈ ਕੇ ਗਏ ਨੇ, ਵਰਤਾ ਦਿੱਤਾ। ਪ੍ਰਤਾਪ ਸਾਰਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵਰਤਿਆ। ਰਹਿਮਤ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹੋਈ ਤੇ ਉਹਨਾਂ ਪੰਡਤਾਂ ਦੇ ਸ਼ੰਕੇ ਨਿਵਰਤ ਹੋ ਗਏ ਹਨ। ਜਾਨੀ ਮਹਿਮਾ ਬੜ ਗੁਰ ਭੋਨ। ਤੇ ਸਤਿਗੁਰਾਂ ਦੇ ਘਰ ਦੀ ਮਹਾਨ ਮਹਿਮਾ ਜਿਹੜੀ ਉਹਨਾਂ ਨੇ ਜਾਣ ਲਈ, ਸਮਝ ਲਈ ਹੈ। ਇੱਕ ਸਿੱਖ ਜੜੀਆਂ ਸਾਈਂ ਦਾਸ। ਸੋ ਇਸੇ ਤਰ੍ਹਾਂ ਹੋਰ ਸਿੱਖ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਸਾਈਂ ਦਾਸ ਨਾਮ ਦਾ ਸਿੱਖ ਆਇਆ ਹੈ। ਕਰ ਗੁਰ ਨਾਮੋ ਬੈਠ ਕਰ ਪਾਸ। ਉਹ ਵੀ ਆਇਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ, ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਦਿਆਂ ਕੋਲ ਬਹਿ ਗਿਆ ਹੈ। ਹੱਥ ਜੋੜ ਅਰਦਾਸ ਬਖਾਨੀ। ਫਿਰ ਹੱਥ ਜੋੜੇ ਨੇ ਬੜੇ ਪਿਆਰ ਦੇ ਨਾਲ, ਆਪਣੇ ਅੰਦਰ ਦੇ ਵਲਵਲੇ ਅਰਦਾਸ ਬੇਨਤੀ ਰੂਪ ਵਿੱਚ ਸਤਿਗੁਰਾਂ ਨੂੰ ਕਹਿਣ ਲੱਗਾ, ਮਹਿਬੋ ਸਿੱਖਣ ਸੇਵਾ ਠਾਨੀ। ਕਿ ਮਹਾਰਾਜ ਜੀ, ਆਪ ਜੀ ਦੇ ਉਪਦੇਸ਼ ਦੇ ਮੁਤਾਬਕ ਜੋ ਆਪ ਜੀ ਨੇ ਹੁਕਮ ਕੀਤਾ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ, ਉਸ ਹੁਕਮ ਨੂੰ ਕਮਾਉਂਦਿਆਂ ਮੈਂ ਆਪ ਜੀ ਦੀ ਆਸੀਸ ਨਾਲ ਇਸ ਸਰੀਰ ਨੇ
ਬੜੇ ਸਿੱਖਾਂ ਦੀ ਹੁਣ ਤੱਕ ਸੇਵਾ ਕਮਾਈ ਹੈ। ਧਾਰਨ ਕਰਿਓ ਹਿਰਦੈ ਉਪਦੇਸ਼, ਆਪ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦੇ 'ਚ ਧਾਰਨ ਵੀ ਕੀਤਾ ਹੈ। ਸੇਵੋ ਤੁਮਰੇ ਚਰਨ ਹਮੇਸ਼, ਤੇ ਮਹਾਰਾਜ ਮੈਂ ਹਮੇਸ਼ਾ ਹੀ ਆਪ ਜੀ ਦੇ ਮੁਬਾਰਕ ਚਰਨ, ਆਪ ਜੀ ਦੇ ਸ਼ਬਦ ਨੂੰ ਸਿਮਰਦਾ ਹਾਂ, ਯਾਦ ਕਰਦਾ, ਆਪਣੇ ਹਿਰਦੇ 'ਚ ਚਿਤਾਰਦਾ ਹਾਂ। ਤਉ ਸ਼ਬਦ ਸੁਨਬੇ ਕੇ ਕਾਲ, ਪਰ ਫਿਰ ਵੀ ਮਹਾਰਾਜ ਜੀ ਜਦੋਂ ਸ਼ਬਦ ਦੇ ਵਿੱਚ ਜੁੜਦਾ ਹਾਂ ਤਾਂ ਤਉ ਸ਼ਬਦ ਸੁਨਬੇ ਕੇ ਕਾਲ, ਜਦੋਂ ਸ਼ਬਦ ਸੁਣ ਰਿਹਾ ਹੁੰਨਾ, ਭਾਵੇਂ ਕੀਰਤਨ ਰੂਪ ਵਿੱਚ ਸੁਣ ਰਿਹਾ ਹੋਵਾਂ ਜਾਂ ਆਪ ਜੀ ਦਾ ਕੋਈ ਸਿੱਖ ਪਾਠ ਕਰ ਰਿਹਾ ਹੋਵੇ, ਪਾਠ ਸਰਵਣ ਕਰ ਰਿਹਾ ਹੋਵਾਂ, ਜਾਂ ਜਦੋਂ ਆਪ ਸ਼ਬਦ ਉਚਾਰਨ ਕਰਦਾ ਹਾਂ, ਪੜ੍ਹਦਾ ਜਪਦਾ, ਉਦੋਂ ਜਦੋਂ ਆਪਣੇ ਦੁਆਰਾ ਕਹੇ ਹੋਏ ਸ਼ਬਦ ਉਚਾਰਨ ਆਪ ਜੀ ਦੇ ਤੇ ਇਸ ਰਸਨਾ ਦੇ ਦੁਆਰਾ ਜਦੋਂ ਬੋਲ ਕੇ ਆਪਣੇ ਕੰਨਾਂ ਨਾਲ ਸੁਣਦਾ ਹਾਂ। ਨਹ ਮਨ ਠਹਿਰਤ ਚਪਲ ਵਿਸਾਲ, ਮਹਾਰਾਜ ਕਦੀ ਕਦੀ ਐਸਾ ਹੋ ਜਾਂਦਾ ਹੈ, ਜ਼ਿਆਦਾਤਰ ਹੀ ਵੈਸੇ ਹੁੰਦਾ ਹੈ ਕਿ ਇਹ ਮਨ ਠਹਿਰਦਾ ਨਹੀਂ ਹੈ, ਟਿਕਦਾ ਨਹੀਂ, ਤੇ ਚਪਲ ਬੜਾ ਚੰਚਲ ਹੋ ਜਾਂਦਾ ਹੈ, ਵਿਸਾਲ ਭਾਵ ਬਹੁਤ ਚੰਚਲ ਹੋ ਜਾਂਦਾ ਹੈ। ਸ਼ਾਇਦ ਆਪ ਜੀ ਦਾ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੋਵੇਗਾ, ਕਿਉਂਕਿ ਬਹੁਤ ਐਸੇ ਸਰੀਰ ਨੇ ਜਿਨ੍ਹਾਂ ਦਾ ਸਿਮਰਨ ਅਵਸਥਾ ਜਾਂ ਅੰਦਰ ਦੀ ਤੜਫ ਬਿਹਬਲਤਾ ਸਾਡੇ ਨਾਲੋਂ ਹਜ਼ਾਰਾਂ ਗੁਣਾ ਅਤਾ ਹੈ। ਸੋ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ, ਅਸੀਂ ਜਦੋਂ ਜਪਦੇ ਹਾਂ, ਸਿਮਰਦੇ, ਬਹੁਤਾਂਤ ਐਸੀ ਕਿ ਜਦੋਂ ਵੈਸੇ ਸੰਸਾਰ ਵਿੱਚ ਰਹਿੰਦੇ ਹਾਂ ਸਾਰਾ ਦਿਨ, ਓਨਾ ਮਨ ਭਟਕਦਾ ਨਹੀਂ ਹੈ। ਤੇ ਮੈਂ ਜ਼ਿਕਰ ਕਰਾਂ, ਤੁਹਾਡਾ ਤਜਰਬਾ ਜ਼ਿਆਦਾ ਹੋਏਗਾ ਕਿ ਸਾਰਾ ਦਿਨ ਓਨਾ ਮਨ ਨਹੀਂ ਭਟਕਦਾ, ਪਰ ਜਦੋਂ ਸਿਮਰਨ ਕਰਨ ਬਹਿੰਦੇ ਆ ਨਾ, ਉਦੋਂ ਜਿੰਨਾ ਮਨ ਭਟਕਦਾ ਉਹਨਾਂ ਸਾਰਾ ਦਿਨ ਨਹੀਂ ਭਟਕਦਾ। ਇੰਜ ਕਹਿ ਦਿਓ ਸਾਰੀ ਜ਼ਿੰਦਗੀ ਨਹੀਂ ਉਹਨਾਂ ਭਟਕਦਾ ਹੋਏਗਾ। ਕਹਿੰਦਾ ਮਹਾਰਾਜ ਜਦੋਂ ਇਸ ਤਰ੍ਹਾਂ ਜਪਦਾ ਸੁਣਦਾ ਗੁਰੂ ਕੇ ਸ਼ਬਦ ਨੂੰ, ਤਾਂ ਮਨ ਬਹੁਤ ਜ਼ਿਆਦਾ ਹੀ ਕੁਛ ਚੰਚਲ ਹੋ ਜਾਂਦਾ ਹੈ। ਆਪਾ ਕਹਿਓ ਮਨ ਕਰੋ ਇਕਾਗਰ, ਤੇ ਆਪ ਕਹਿੰਦੇ ਹੋ ਕਿ ਮਨ ਇਕਾਗਰ ਕਰਕੇ ਜਾਪ ਕਰੋ। ਜਿਵੇਂ ਅਸੀਂ ਵੀ ਕਈ ਦਫਾ ਕਥਾ ਪ੍ਰਾਰੰਭ ਕਰੀਏ ਤੇ ਕਹਿੰਦੇ ਭਾਈ ਇਕਾਗਰ ਚਿਤ ਹੋ ਕੇ ਸੁਣੋ, ਪਰ ਕਹਿਣਾ ਬਹੁਤ, ਮਾਫ ਕਰੋ, ਘੱਟ ਚਾਹੀਦਾ, ਮੈਂ ਬਹੁਤ ਘੱਟ ਕਹਿਣਾ, ਕਿਉਂਕਿ ਇਹ ਕੋਈ ਐਸੀ ਖੇਡ ਤੇ ਹੈ ਨਹੀਂ ਵੀ ਅਸੀਂ ਬੈਠੇ ਤੇ ਜਿਵੇਂ ਸਰੀਰ ਨੂੰ ਮੈਂ ਕਹਾਂ ਸਿੱਧਾ ਕਰ ਲਓ ਤੇ ਤੁਸੀਂ ਸਕਿੰਟ ਲਾਉਣਾ, ਬਿਲਕੁਲ ਸਿੱਧੇ ਹੋ ਜਾਣਾ। ਤੇ ਜੇ ਹੁਣ ਕਹਾਂ ਵੀ ਮਨ ਇਕਾਗਰ ਕਰ ਲਓ, ਇਹ ਤਾਂ ਮੇਰਾ ਨਹੀਂ ਅੱਜ ਤੱਕ ਹੋਇਆ ਹਾਲੇ ਤੱਕ। ਸੋ ਇਸ ਤਰ੍ਹਾਂ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਮਨ ਇਕਾਗਰ ਕਰਕੇ ਜਪੋ, ਪਰ ਮਹਾਰਾਜ ਇਹ ਭੈੜਾ ਹੁੰਦਾ ਨਹੀਂ ਪਿਆ। ਜਦੋਂ ਜਪਦੇ ਆ ਪਹਿਲਾਂ ਨਾਲੋਂ ਵੀ ਜ਼ਿਆਦਾ ਚੰਚਲ ਹੋ ਜਾਂਦਾ ਹੈ। ਪੜ੍ਹੋ ਸੁਣੋ ਗੁਰ ਸ਼ਬਦ ਉਜਾਗਰ, ਤੇ ਆਪ ਕਹਿੰਦੇ ਹੋ ਕਿ ਇਕਾਗਰ ਚਿਤ ਹੋ ਕੇ ਸ਼ਬਦ ਨੂੰ ਪੜ੍ਹੋ, ਸ਼ਬਦ ਨੂੰ ਸੁਣੋ, ਇਹਦੇ ਨਾਲ ਤੁਹਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਵੇਗਾ। ਸੁਣ ਸ੍ਰੀ ਮੁਖ ਤੇ ਜਤਨ ਬਤਾਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਣ ਕੇ ਬੜੇ ਪਿਆਰ ਦੇ ਨਾਲ ਇਹਨੂੰ ਇੱਕ ਯਤਨ ਦੱਸਿਆ, ਇੱਕ ਤਰੀਕਾ ਸਮਝਾਇਆ ਹੈ। ਮਨ ਗਤ ਕੋ ਆਬ ਤੋ ਲਖ ਪਾਇਓ, ਸਭ ਕਹਿੰਦੇ ਸ਼ੁਕਰ ਕਰ ਪ੍ਰਮਾਤਮਾ ਦਾ, ਤੂੰ ਕਮ ਸੇ ਕਮ ਆਪਣੇ ਮਨ ਦੀ ਗਤੀ ਨੂੰ ਤੇ ਸਮਝ ਗਿਆ ਨਾ। ਕੱਲ ਦੀ ਕਥਾ 'ਚ ਆਪਨੇ ਸਰਵਣ ਕੀਤਾ ਸੀ, ਸਤਿਗੁਰਾਂ ਨੇ ਸਿੱਖਾਂ ਨੂੰ ਇਹ ਵੀ ਕਿਹਾ ਸੀ, ਤੁਹਾਡਾ ਮਨ ਤਾਂ ਨਹੀਂ ਟਿਕਦਾ, ਹਾਲੇ ਤੁਹਾਡੀ ਉਨੀ ਸਾਧਨਾ ਹੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਪਿਆ ਆਪਣੇ ਮਨ ਬਾਰੇ। ਸੋ ਮੈਂ ਕਈ ਦਫਾ ਬੇਨਤੀ ਕਰਦਾ ਉਹਨਾਂ, ਮਨ ਦਾ ਭਟਕਣਾ ਪਤਾ ਲੱਗ ਜਾਏ, ਇਹ ਵੀ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਨਹੀਂ ਤੇ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਪਜੀ ਸਾਹਿਬ ਦੀ ਪ੍ਰਾਰੰਭਤਾ ਕੀਤੀ, ਰਹਿ ਰਸਤੇ ਭੋਗ ਕਦੋਂ ਪਾ ਦਿੱਤਾ ਜਾ ਕੇ, ਪਤਾ ਹੀ ਨਹੀਂ ਲੱਗਾ। ਸੋ ਇਸ ਤਰ੍ਹਾਂ ਮਨ ਦਾ ਭਟਕਣਾ ਪਤਾ ਲੱਗ ਜਾਏ, ਸਰੀਰ 'ਚ ਰੋਗ ਆਇਆ ਪਤਾ ਲੱਗ ਗਿਆ, ਇਹ ਵੀ ਬੜੀ ਵੱਡੀ ਗੱਲ ਹੈ। ਨਹੀਂ ਤੇ ਪਤਾ ਹੀ ਨਹੀਂ ਲੱਗਦਾ ਸਰੀਰ 'ਚ ਰੋਗ ਤੁਰਿਆ ਫਿਰਦਾ। ਸੋ ਇਸ ਤਰ੍ਹਾਂ ਸਭ ਕਹਿੰਦੇ ਬੜੀ ਵੱਡੀ ਗੱਲ ਹੈ, ਸ਼ੁਕਰ ਕਰ ਤੈਨੂੰ ਇਹ ਪਤਾ ਲੱਗ ਗਿਆ ਵੀ ਤੇਰਾ ਮਨ ਭਟਕਦਾ ਪਿਆ ਹੈ, ਕਿੰਨੀ ਰਫਤਾਰ ਵਿੱਚ ਭਟਕਦਾ, ਇਹ ਵੀ ਤੈਨੂੰ ਪਤਾ ਲੱਗ ਗਿਆ ਹੈ। ਟਿਕੈ ਕੀ ਨਹੀਂ ਜਾਣ ਸਭ ਲੀਨੋ, ਤੇ ਟਿਕਿਆ ਕਿ ਨਹੀਂ ਤੂੰ ਇਹ ਵੀ ਜਾਣਨ ਲੱਗ ਪਿਆ। ਨਹੀਂ ਤੇ ਇਹ ਵੀ ਨਹੀਂ ਪਤਾ ਲੱਗਦਾ ਟਿਕਿਆ ਜਾਂ ਨਹੀਂ ਟਿਕਿਆ, ਬੰਦਾ ਹਨੇਰੇ 'ਚ ਹੀ ਤੁਰਿਆ ਜਾਂਦਾ। ਸੋ ਤੈਨੂੰ ਇਹ ਤੇ ਪਤਾ ਲੱਗ ਗਿਆ ਨਾ ਵੀ ਮਨ ਟਿਕਦਾ ਹੈ ਜਾਂ ਨਹੀਂ ਟਿਕਦਾ ਹੈ। ਇਸ ਵਿਦ ਕੋ ਪੂਰਬ ਨਹ ਚੀਨੋ, ਸਭ ਕਹਿੰਦੇ ਇਸ ਤੋਂ ਪਹਿਲਾਂ ਤੂੰ ਇਸ ਵਿਧੀ ਨੂੰ ਨਹੀਂ ਜਾਣਦਾ ਸੀ, ਪਹਿਲਾਂ ਵੀ ਤੂੰ ਆਉਂਦਾ ਸੀ ਪਰ ਇਸ ਅਵਸਥਾ ਨੂੰ ਨਹੀਂ ਜਾਣਿਆ ਸੀ। ਜਬ ਮਨ ਜਾਏ ਕੀਤਾ ਲਖ ਪਾਵੋ, ਤੇ ਹੁਣ ਮਨ ਜਿਹੜਾ ਹੈ ਜਦੋਂ ਕਿਤੇ ਜਾ ਰਿਹਾ ਹੈ, ਭਟਕਦਾ ਹੈ, ਕਿਤੇ ਪਹੁੰਚਦਾ ਹੈ, ਤਾਂ ਤੂੰ ਇਸ ਗੱਲ ਨੂੰ ਪਹਿਚਾਨ ਲਿਆ। ਹੁਣ ਇੰਜ ਕਰਿਆ ਕਰ, ਤਬ ਤਿਸ ਮਿਥਿਆ ਵਸਤੂ ਦਿਖਾਵੋ, ਕਿ ਮਨ ਜਿਸ ਵੀ ਚੀਜ਼ ਤੇ ਜਾ ਕਰਕੇ ਡਿੱਗੇ, ਕਿਉਂਕਿ ਜਦੋਂ ਭਟਕਦਾ ਆਖਰ ਤੇ ਕਿਸੇ ਚੀਜ਼ ਤੇ ਹੀ ਡਿੱਗਦਾ ਨਾ, ਕਿਸੇ ਮਨੁੱਖ ਦਾ ਧਿਆਨ ਕਰਦਾ ਹੋਏਗਾ, ਕਿਸੇ ਘਰੇ ਚਲਾ ਗਿਆ, ਕਿਸੇ ਦਿਸ਼ਾਂਤਰ ਚਲਾ ਗਿਆ, ਕਿਸੇ ਚੀਜ਼ ਨੂੰ ਸੋਚਣ ਲੱਗ ਪਿਆ, ਬਸ ਜੋ ਵੀ ਧਿਆਨ ਦੇ ਵਿੱਚ ਆਵੇ, ਮਨ ਦੇ ਵਿੱਚ ਜੋ ਫੁਰਨਾ ਬਣੇ, ਕਿਸੇ ਮਨੁੱਖ ਦਾ, ਕਿਸੇ ਵਸਤੂ ਦਾ, ਕਿਸੇ ਘਰ ਦਾ, ਕਿਸੇ ਦੇਸ਼ ਦਾ, ਬਸ ਮਨ ਨੂੰ ਇੱਕ ਹੀ ਗੱਲ ਸਮਝਾਇਆ ਕਰ ਕਿ ਮਿਥਿਆ ਵਸਤੂ,
ਕਿ ਮਨਾ ਜਿਸ ਦੇ ਉੱਤੇ ਜਾ ਕੇ ਬਹਿ ਗਿਆ ਨਾ, ਜਿਹੜੀ ਚੀਜ਼ ਦੇ ਉੱਤੇ, ਜਿਹੜੀ ਡਾਲੀ ਤੇ ਟੱਪਦਾ ਪਿਆ ਨਾ, ਇਹ ਟੁੱਟਣ ਵਾਲੀ ਹੈ। ਕੋਈ ਪਤਾ ਨਹੀਂ ਇਹਨੇ ਕਦੋਂ ਟੁੱਟ ਜਾਣਾ। ਬਸ ਜਦੋਂ ਇਹਨੂੰ ਹਰ ਚੀਜ਼ ਮਿੱਥਿਆ, ਇਹਨੂੰ ਨਾਸ਼ਵਣ ਦਿਖਾਉਣੀ ਸ਼ੁਰੂ ਕਰ ਦੇਵੇਗਾ, ਇਹ ਮਨ ਜਿਹੜਾ ਹੈ ਵਾਪਿਸ ਆ ਜਾਏਗਾ। ਸੋ ਇੰਝ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦਿੰਦਿਆਂ ਸਿੱਖਾਂ ਨੂੰ ਸਮਝਾ ਰਹੇ ਹਨ। ਸੋ ਆਓ, ਜੋ ਸਤਿਗੁਰਾਂ ਨੇ ਜਿੰਨੇ ਵੀ ਹੁਣ ਆਪਾਂ ਪ੍ਰਸੰਗ ਸੁਣੇ, ਸਾਰਿਆਂ ਨੂੰ ਹੁਕਮ ਕੀਤਾ ਹੈ ਕਿ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਸੋ ਆਓ, ਇੱਕ ਤੇ ਰੋਜ਼ਾਨਾ ਦੀ ਬੇਨਤੀ ਆਪ ਜੀ ਜੋ ਸਰਵਣ ਕਰਦੇ ਹੋ ਕਿ ਇਸ ਵੇਲੇ ਜੋ ਤਖਤ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ, ਸੋ ਬੇਨਤੀ ਰੂਪ 'ਚ ਆਪ ਜੀ ਨੂੰ ਬੇਨਤੀ ਕਿ ਆਪ ਜੀ ਉਹਦੇ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇ ਕਰਕੇ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਆਓ, ਦੁਨੀਆ 'ਚ ਜਿੱਥੇ ਵੀ ਬੈਠੇ ਹੋ, ਆਓ ਕੁਝ ਸਮਾਂ ਅਕਾਲ ਪੁਰਖ ਦੀ ਖੁਸ਼ੀ ਲਈਏ, ਸਰਬੱਤ ਦੇ ਭਲੇ ਦੀ ਕਾਮਨਾ ਕਰੀਏ ਤੇ ਆਖੋ ਜੀ ਵਾਹਿਗੁਰੂ 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 ਟਿਕੈ ਕੇ ਨਹੀਂ ਜਾਣ ਸਭ ਲੀਨੋ ਇਸ ਬਿਦ ਕੋ ਪੂਰਾ ਪੁਨਹ ਚੀਨੋ ਜਬ ਮਨ ਜਾਏ ਕਿ ਤਹ ਲਖ ਪਾਵੋ ਤਬ ਤਿਸ ਮਿਥਿਆ ਵਸੂ ਦਿਖਾਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।